ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਮੋ ਸਰਬਦ੍ਰਿਸ਼ੰ ਨਮੋ ਸਰਬਕ੍ਰਿਸ਼ੰ ਨਮੋ ਸਰਬਰੰਗੇ ਤ੍ਰੈਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪਰਨਾਸੀ ਸਦਾ ਸਰਬਦਾ ਰਿੱਧ ਸਿਦੰ ਨਿਵਾਸੀ ਚਰਪਟ ਛੰਦ ਤਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਕਰਮੰ ਅਖਲ ਧਰਮੰ ਅਲਖ ਕਰਮੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੇਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੁਭਾਏਮਾਨ ਸਤਿਕਾਰਯੋਗ ਸਾਧ ਸੰਗਤ ਜੀਓ, ਕਲਗੀਆਂ ਵਾਲੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਜਾਪ ਸਾਹਿਬ ਦੇ ਕੁਝ ਅੰਸ਼ ਆਪ ਜੀ ਨੇ ਸਰਵਣ ਕੀਤੇ ਨੇ। ਅੱਜ ਦੇ ਇਸ ਪਹਿਲੇ ਸ਼ੰਤ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਕਹਿੰਦੇ ਨਮੋ ਸਰਬ ਦ੍ਰਿਸ਼ੰ। ਸਰਬ ਦ੍ਰਿਸ਼ੰ ਸਾਰੇ ਦਰਸ਼ਨਾਂ ਵਿੱਚ ਤੂੰ ਮੌਜੂਦ ਹੈ। ਨਮੋ ਸਰਬ ਕ੍ਰਿਸ਼ਨ ਔਰ ਉਹਨਾਂ ਸਾਰੇ ਹੀ ਦਰਸ਼ਨਾਂ ਵਿੱਚ ਸੁੰਦਰਤਾਈਆਂ ਵਿੱਚ ਬੈਠ ਕੇ ਤੂੰ ਇੱਕ ਦੂਜੇ ਨੂੰ ਆਪਣੇ ਵੱਲ ਖਿੱਚਦਾ ਹੈ। ਇਸ ਸ਼ੰਤ ਵਿੱਚ ਸਤਿਗੁਰਾਂ ਨੇ ਸੰਸਾਰ ਦੀ ਬਾਹਰਲੀ ਤਸਵੀਰ ਦੀ ਪੈਂਦੀ ਹੋਈ ਖਿੱਚ ਨੂੰ ਆਪਣੀ ਅੱਖ ਨਾਲ ਵੇਖਿਆ ਹੈ, ਕਿਉਂਕਿ ਮਾਇਆ ਦੀ ਵੀ ਇੱਕ ਖਿੱਚ ਹੈ। ਸੰਸਾਰ ਦੇ ਦਿਸਦੇ ਹੋਏ ਰੂਪ ਦੇ ਬਾਹਰਲੀ ਵੀ ਇੱਕ ਸੁੰਦਰਤਾ ਹੈ, ਬਾਹਰਲਾ ਵੀ ਇੱਕ ਹੁਸਨ ਹੈ, ਜਿਹੜਾ ਮਨੁੱਖ ਨੂੰ ਇੱਕ ਦੂਜੇ ਵੱਲ ਆਕਰਸ਼ਿਤ ਕਰਦਾ ਹੈ, ਖਿੱਚ ਪਾਉਂਦਾ ਹੈ। ਕਈ ਤਰ੍ਹਾਂ ਦੀ ਸੁੰਦਰਤਾ ਹੈ, ਆਕਾਸ਼ ਦੀ, ਤਾਰਿਆਂ ਦੀ, ਸਿਆਰਿਆਂ ਦੀ, ਚੰਦਰਮਾ ਦੀ ਆਪਣੀ ਸੁੰਦਰਤਾ ਹੈ। ਉਹਦਾ ਜਲਵਾ ਵੀ ਮਨੁੱਖ ਨੂੰ ਪ੍ਰਭਾਵਿਤ ਕਰਦਾ ਹੈ। ਸੂਰਜ ਦੀ ਧੁੱਪ ਜਿਹੜੀ ਹੈ ਉਹਦੇ ਅੰਦਰ ਵੀ ਇੱਕ ਮਿਠਾਸ, ਉਹਦੇ ਵਿੱਚ ਵੀ ਇੱਕ ਖਿੱਚ ਹੈ। ਉਹ ਵੀ ਮਨੁੱਖੀ ਮਨ ਨੂੰ ਆਪਣੇ ਵੱਲ ਖਿੱਚਦੀ ਹੈ। ਆਮ ਤੌਰ 'ਤੇ ਜਦੋਂ
ਕੋਈ ਧਾਰਮਿਕ ਸਾਧਨਾ ਕਰਨ ਵਾਲਾ ਮਨੁੱਖ, ਬਾਣੀ ਪੜ੍ਹਨ ਵਾਲਾ, ਸਿਮਰਨ ਕਰਨ ਵਾਲਾ ਮਨੁੱਖ ਸ਼ਬਦ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੁਦਰਤੀ ਤੌਰ 'ਤੇ ਉਹਦੇ ਰੱਬ ਦੇ ਰਾਹ ਵਿੱਚ ਉਹਦੇ ਅੱਗੇ ਸਭ ਤੋਂ ਪਹਿਲੀ ਜਿਹੜੀ ਚੀਜ਼ ਆਉਂਦੀ ਉਹ ਦਿਸਦਾ ਸੰਸਾਰ ਉਹਦੀ ਖਿੱਚ ਹੈ। ਸੰਸਾਰ ਉਹਨੂੰ ਆਪਣੇ ਵੱਲ ਖਿੱਚਦਾ ਹੈ। ਉਹਨੂੰ ਕਿਹੜੀ ਨਜ਼ਰ ਨਾਲ ਵੇਖਣਾ ਹੈ? ਸਤਿਗੁਰੂ ਨੇ ਅੱਜ ਦੇ ਇਹਨਾਂ ਸਾਰਿਆਂ ਛੰਦਾਂ ਦੇ ਵਿੱਚ ਉਹਦਾ ਵਰਣਨ ਕੀਤਾ ਹੈ ਕਿ ਬਾਹਰਲੀ ਸੁੰਦਰਤਾ ਨੂੰ ਵੇਖ ਕੇ ਉਹਦੇ ਪ੍ਰਭਾਵ ਤੋਂ ਆਪਣੇ ਮਨ ਨੂੰ ਕਿਵੇਂ ਬਚਾਉਣਾ ਹੈ। ਜੇ ਤੇ ਉਹਨੂੰ ਬਾਹਰੋਂ ਦੇਖੇਗਾ ਤੇ ਉਹ ਦ੍ਰਿਸ਼ਟੀ ਵਿਕਾਰੀ ਹੋ ਸਕਦੀ ਹੈ, ਪਰ ਜਿਸ ਮਨੁੱਖ ਦੇ ਕੋਲ ਅੱਖ ਹੈ ਉਹਨੇ ਆਖਰ ਦੇਖਣਾ ਤਾਂ ਹੈ। ਸਤਿਗੁਰੂ ਕਹਿੰਦੇ ਮੈਂ ਵੀ ਸੰਸਾਰ ਵੱਲ ਦੇਖਣਾ, ਮੈਂ ਵੀ ਸੰਸਾਰ ਦੀ ਸੁੰਦਰਤਾ ਨੂੰ ਵੇਖਿਆ, ਪਰ ਜਦੋਂ ਮੈਂ ਸੰਸਾਰ ਦੀ ਸੁੰਦਰਤਾ ਨੂੰ ਦੇਖਣਾ ਤੇ ਉਹਦੇ ਵਿੱਚ ਤੇਰਾ ਜਲਵਾ ਹੈ, ਤੂੰ ਹੀ ਉਹਦੇ ਵਿੱਚ ਬੈਠ ਕੇ ਖਿੱਚ ਪਾ ਰਿਹਾ। ਇਹਨੂੰ ਕਹਿੰਦੇ ਨੇ ਆਕਾਰ ਨੂੰ ਵੇਖ ਕੇ ਨਿਰੰਕਾਰ ਨਾਲ ਜੁੜਨਾ। ਸਾਰਾ ਸੰਸਾਰ ਜਿਹੜਾ ਹੈ ਆਕਾਰ ਵਾਲਾ ਹੈ, ਦਿਸਦਾ ਹੈ। ਆਕਾਰ ਇੱਕ ਚੀਜ਼ ਹੈ ਤੇ ਉਹਦੀ ਸੁੰਦਰਤਾ ਦੂਜੀ ਚੀਜ਼। ਜਿਵੇਂ ਇੱਕ ਫੁੱਲ ਹੈ, ਇੱਕ ਉਹਦੀ ਸੁੰਦਰਤਾ ਹੈ। ਫੁੱਲ ਦਾ ਸਪੇਸ ਆਕਾਰ ਹੈ, ਇੱਕ ਉਹਦੀ ਸੁੰਦਰਤਾ ਹੈ। ਇਸੇ ਤਰ੍ਹਾਂ ਵੱਖਰੇ ਵੱਖਰੇ ਸਰੀਰ ਬਣਾਏ ਅਕਾਲ ਪੁਰਖ ਵਾਹਿਗੁਰੂ ਨੇ। ਉਹਨਾਂ ਦੇ ਅੰਦਰ ਜਿਹੜੀ ਕਸ਼ਿਸ਼ ਹੈ, ਜਿਹੜੀ ਖਿੱਚ ਹੈ, ਉਹਦਾ ਨੂਰ, ਉਹਦਾ ਹੀ ਜਲਵਾ ਹੈ। ਸਤਿਗੁਰੂ ਨੇ ਬਾਣੀ ਵਿੱਚ ਉਦਾਹਰਨਾਂ ਵੀ ਦਿੱਤੀਆਂ। ਕਹਿੰਦੇ ਵੇਖ, ਜਿੰਨਾ ਚਿਰ ਸਰੀਰ ਦੇ ਵਿੱਚ ਜਿੰਦ ਹੈ, ਚੇਤਨਾ ਹੈ, ਉਹਨਾਂ ਚਿਰ ਉਹ ਸਰੀਰ ਮੋਹਿਤ ਕਰਦਾ ਹੈ, ਉਹ ਖਿੱਚ ਪਾਉਂਦਾ ਹੈ। ਜਿੱਦਣ ਕਿਸੇ ਸੁੰਦਰ ਸਰੀਰ ਵਿੱਚੋਂ ਚੇਤਨਾ ਨਿਕਲ ਜਾਂਦੀ ਹੈ, ਨੂਰ ਨਿਕਲ ਜਾਂਦਾ ਹੈ, ਜਿੰਦ ਨਿਕਲ ਜਾਂਦੀ, ਉਹ ਮ੍ਰਿਤਕ ਹੋ ਜਾਏ, ਭਾਵੇਂ ਉਹਦੇ ਸਰੀਰ ਦੇ ਨੈਣ ਨਕਸ਼ ਕਿੰਨੇ ਸੁੰਦਰ ਨੇ, ਪਰ ਉਹ ਮੁਰਦਾ ਕਦੀ ਖਿੱਚ ਨਹੀਂ ਪਾਉਂਦਾ। ਉਹਨੇ ਖਿੱਚਣਾ ਕੀ ਹੈ? ਵਿਅਕਤੀ ਉਹਦੇ ਤੋਂ ਦੂਰ ਭੱਜਦਾ। ਅੱਤ ਦਾ ਨਜ਼ਦੀਕੀ ਸਨੇਹ ਕਰਨ ਵਾਲਾ ਵੀ ਮ੍ਰਿਤਕ ਮਨੁੱਖੀ ਸਰੀਰ ਨੂੰ ਹੱਥ ਲਾਉਣ ਤੋਂ ਗੁਰੇਜ਼ ਕਰਦਾ ਹੈ, ਜਾਂ ਫਿਰ ਉਹਦੀ ਜਿਹੜੀ ਪ੍ਰਕਿਰਿਆ ਉਸ ਸਰੀਰ ਦੀ ਸੰਭਾਲ ਕਰਨ ਦੀ ਸਾਰੀ ਘਟਨਾ ਤੋਂ ਬਾਅਦ ਬੰਦਾ ਇਸ਼ਨਾਨ ਵੀ ਕਰਦਾ ਵੀ ਮੈਂ ਅਪਵਿੱਤਰ ਹੋ ਗਿਆ, ਮੇਰੇ ਵਿੱਚ ਅਪਵਿੱਤਰਤਾ ਆ ਗਈ। ਕਿਉਂ? ਸਰੀਰ ਤੇ ਉਹੀ ਹੈ, ਅੱਖਾਂ ਵੀ ਉਹੀ ਨੇ ਉਸ ਸਰੀਰ ਦੇ ਅੰਦਰ, ਨਾਸਿਕਾ ਵੀ ਉਹੀ ਹੈ, ਮੂੰਹ ਨੱਕ ਹੱਥ ਪੈਰ ਸਾਰਾ ਕੁਝ ਉਹ ਹੈ, ਚਮੜੀ ਉਹੀ ਹੈ। ਪਰ ਇੱਕ ਬੜਾ ਵੱਡਾ ਸਵਾਲ ਹੈ ਵੀ ਹੁਣ ਵਿੱਚੋਂ ਕਿਹੜੀ ਚੀਜ਼ ਨਿਕਲ ਗਈ ਜਿਹਦੇ ਕਰਕੇ ਖਿੱਚੀ ਖਤਮ ਹੋ ਗਈ, ਨਫ਼ਰਤ ਹੋ ਗਈ। ਅਸਲ ਵਿੱਚ ਖਿੱਚ ਪੈਣੀ ਅੰਦਰਲੇ ਹਿੱਸੇ ਦਾ ਸਾਧਨ ਸਰੀਰ ਕਰਕੇ ਨਹੀਂ। ਆਦਮੀ ਸਰੀਰ ਕਰਕੇ ਸੋਚਦਾ ਹੈ, ਦਿਸਦੀ ਦੁਨੀਆ ਕਰਕੇ ਸੋਚਦਾ ਵੀ ਇਹੀ ਸਭ ਕੁਝ ਹੈ, ਪਰ ਸੱਚ ਤਾਂ ਇਹ ਹੈ ਕਿ ਜਿਹੜੀ ਜੋਤ ਅੰਦਰ ਹੈ ਉਹਦੇ ਕਰਕੇ ਹੀ ਸਾਰੀਆਂ ਖਿੱਚਾਂ ਪੈਂਦੀਆਂ ਨੇ। ਜਿੱਦਣ ਉਹਦੇ ਨਾਲ ਨਾਤਾ ਜੁੜ ਗਿਆ ਫਿਰ ਸਰੀਰ ਪ੍ਰਭਾਵਿਤ ਨਹੀਂ ਕਰਦੇ। ਸਤਿਗੁਰੂ ਨੇ ਬਚਨ ਕੀਤੇ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਇਹ ਜਿਹੜਾ ਅੱਖਾਂ ਦਾ ਚਾਨਣ ਹੈ, ਅੱਖਾਂ ਕਰਕੇ ਨਹੀਂ, ਇਹ ਤੇ ਮੁਰਦਾ ਹੈ। ਅੱਖਾਂ ਵਿੱਚ ਜਿਹੜਾ ਨੂਰ, ਜਲਵਾ, ਸੁੰਦਰਤਾ ਹੈ, ਇਹ ਅੱਖਾਂ ਕਰਕੇ ਨਹੀਂ। ਬਾਬਾ ਫਰੀਦ ਜੀ ਨੇ ਬਚਨ ਕੀਤਾ, ਮੈਂ ਇਸ ਤਰ੍ਹਾਂ ਦੇ ਸੁੰਦਰ ਅੱਖਾਂ ਵਾਲੇ ਲੋਕ ਇਸ ਧਰਤੀ ਤੇ ਦੇਖੇ ਨੇ ਕਿ ਜਿਨ੍ਹਾਂ ਦੀਆਂ ਅੱਖਾਂ ਵਿੱਚ ਇੰਨੀ ਸੁੰਦਰਤਾ ਸੀ ਹਰਨ ਵਰਗੀ, ਜਿਨ੍ਹਾਂ ਦੀਆਂ ਅੱਖਾਂ ਵਿੱਚ ਇੰਨੀ ਨਰਮਾਈ ਸੀ ਕਿ ਉਹਨਾਂ ਅੱਖਾਂ ਵਿੱਚ ਸੁਰਮਾ ਪਾਉਣ ਵਾਲੀ ਸਿਲਾਈ ਵੀ ਚੁੱਭਦੀ ਸੀ। ਕਹਿੰਦੇ ਅੱਜ ਮੈਂ ਦੇਖਿਆ ਸ਼ਮਸ਼ਾਨ ਘਾਟ ਦੇ ਕੋਲੋਂ ਦੀ ਗੁਜ਼ਰਿਆ, ਕਿਸੇ ਐਸੇ ਸਰੀਰ ਦੀ ਜਿਹੜਾ ਮੁੱਦਤ ਪਹਿਲਾਂ ਮਰ ਚੁੱਕਾ ਹੈ, ਉਹਦੀ ਖੋਪਰੀ ਦੇਖੀ ਰੁਲਦੀ ਹੋਈ। ਕਹਿੰਦੇ ਜਿਹੜੀਆਂ ਅੱਖਾਂ ਵਿੱਚ ਇੰਨੀ ਸੁੰਦਰਤਾ ਸੀ, ਅੱਜ ਚਿੜੀਆਂ ਨੇ ਬੱਚੇ ਦੇਣ ਵਾਸਤੇ ਉਹਨਾਂ ਅੱਖਾਂ ਵਿੱਚ ਆਲਣੇ ਪਾਏ ਹੋਏ।
ਬਚਨ ਕੀਤੇ ਫਰੀਦਾ ਜਿਨ ਲੋਇਣ ਜਗ ਮੋਹਿਆ। ਜਿਨ੍ਹਾਂ ਅੱਖਾਂ ਨੇ ਸੰਸਾਰ ਨੂੰ ਖਿੱਚ ਪਾਈ ਸੀ, ਸੇ ਲੋਇਣ ਮੈਂ ਡਿੱਠ, ਉਹ ਅੱਖਾਂ ਅੱਜ ਮੈਂ ਵੇਖੀਆਂ ਨੇ। ਕਿੱਥੇ? ਸ਼ਮਸ਼ਾਨ ਘਾਟ ਦੇ ਬਾਹਰਲੇ ਸਿਰੇ ਤੇ। ਉੱਥੇ ਕੋਈ ਖੋਪਰੀ ਬਾਹਰ ਆ ਗਈ ਕਬਰ ਤੋਂ। ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ। ਕੱਜਲ ਕਹਿੰਦੇ ਸੁਰਮੇ ਦੀ ਰੇਖ, ਸੁਰਮਾ ਪਾਉਣ ਵਾਲੀ ਸਲਾਈ ਵੀ ਉਹ ਅੱਖਾਂ ਨਹੀਂ ਸਣ ਸਹਿੰਦੀਆਂ, ਇੰਨੀਆਂ ਕੋਮਲ, ਇੰਨੀਆਂ ਖਿੱਚਦਾਇਕ। ਸੇ ਪੰਖੀ ਸੋਏ ਬਹਿਠ, ਅੱਜ ਉਹਦੇ ਵਿੱਚ ਪੰਛੀ ਸੋਏ ਹੋਏ ਨੇ, ਬੱਚੇ ਦਿੱਤੇ ਹੋਏ ਨੇ, ਆਲਣਾ ਬਣਾ ਲਿਆ ਪੰਛੀਆਂ ਨੇ। ਤਾਂ ਇਹਨਾਂ ਦੀ ਖਿੱਚ ਕਾਹਦੇ ਕਰਕੇ ਹੈ? ਸਰੀਰ ਦੀ। ਸਰੀਰ ਦੀ ਖਿੱਚ ਜਿਹੜੀ ਸੁੰਦਰਤਾ ਹੈ, ਸਰੀਰ ਕਰਕੇ ਨਹੀਂ। ਅੱਖਾਂ ਦੀ ਸੁੰਦਰਤਾ ਇਸ ਅੱਖਾਂ ਦੇ ਟੁਕੜੇ ਕਰਕੇ ਨਹੀਂ ਹੈ। ਇਹਦੀ ਸੁੰਦਰਤਾ ਇਹਦੇ ਵਿੱਚ ਵਹਿੰਦੀ ਹੋਈ ਨੂਰੀ ਨਜ਼ਰ ਹੈ, ਦ੍ਰਿਸ਼ਟੀ ਹੈ, ਜਿਹਦੇ ਕਰਕੇ ਖਿੱਚ ਪੈਂਦੀ ਹੈ। ਤਾਂ ਹੀ ਸਤਿਗੁਰੂ ਨੇ ਬਚਨ ਕੀਤਾ, ਫਿਰ ਜਿਹੜਾ ਮਨੁੱਖ ਸ਼ਬਦ ਨਾਲ ਸਾਂਝ ਪਾਉਂਦਾ ਹੈ, ਉਹ ਜਦੋਂ ਕਿਸੇ ਸਰੀਰ ਵੱਲ ਵਹਿੰਦਾ ਹੈ, ਪਹਿਲਾਂ ਉਸ ਦ੍ਰਿਸ਼ ਦੇ ਉੱਤੇ ਉਹਦੀ ਦ੍ਰਿਸ਼ਟੀ ਪੈਂਦੀ ਹੈ। ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ, ਦ੍ਰਿਸ਼, ਦ੍ਰਸ਼ਟਾ ਤੇ ਦੇਖਣ ਵਾਲਾ। ਜਦੋਂ ਤਿੰਨ ਇਕੱਠੇ ਹੁੰਦੇ ਨੇ ਤੇ ਜਿਸ ਮਨੁੱਖ ਦੀ ਦ੍ਰਿਸ਼ਟੀ ਜਿਹੜੀ ਹੈ ਸੁੱਤੀ ਹੋਈ, ਉਹ ਤੇ ਸਰੀਰ ਤੇ ਰੁਕ ਜਾਂਦੀ ਹੈ। ਉਹ ਤੇ ਸਰੀਰ ਦੇ ਆਲੇ ਦੁਆਲੇ ਪਰਿਕਰਮਾ ਕਰਨ ਲੱਗ ਪੈਂਦੀ, ਉਹਨੂੰ ਚੇਤੇ ਕਰਨ ਲੱਗ ਪੈਂਦੀ ਹੈ। ਤੇ ਜਿਹਦੀ ਦ੍ਰਿਸ਼ਟੀ ਸ਼ਬਦ ਨਾਲ ਸਾਂਝ ਪਾ ਲਵੇ, ਉਹ ਫਿਰ ਥੋੜ੍ਹਾ ਚਿਰ ਸਰੀਰ ਨੂੰ ਵੇਖਣ ਤੋਂ ਬਾਅਦ ਉਸ ਸਰੀਰ ਦੇ ਵਿੱਚ ਵਿਦਮਾਨ ਉਸ ਸਰੂਪ ਜੋਤ ਨੂੰ ਵੇਖ ਕੇ ਉਹਦੇ ਨਾਲ ਸਨੇਹ ਕਰਦੀ ਹੈ। ਫਿਰ ਉੱਥੇ, ਕਿਉਂਕਿ ਵਿਕਾਰ ਤੇ ਸਾਰੇ ਸਰੀਰ ਨਾਲ ਸੰਬੰਧਿਤ ਨੇ, ਜਦੋਂ ਜੋਤ ਨਾਲ ਪ੍ਰੇਮ ਹੋ ਗਿਆ, ਜਦੋਂ ਸਨੇਹ ਹੋਇਆ। ਹੁਣ ਵੇਖੋ, ਆਪਾਂ ਇਤਿਹਾਸ ਵਿੱਚ ਵੇਖਦੇ ਹਾਂ, 10 ਗੁਰੂ ਸਾਹਿਬਾਨ ਨੇ, ਉਹਨਾਂ ਦੇ ਨਾਲ ਕਿੰਨੇ ਲੋਕਾਂ ਦਾ ਸਨੇਹ ਸੀ, ਕਿੰਨੇ ਲੋਕਾਂ ਦਾ ਪਿਆਰ ਸੀ। ਉਹਦੇ ਵਿੱਚ ਮਨੁੱਖੀ ਸਰੀਰ ਵੀ ਸਨ, ਉਹਦੇ ਵਿੱਚ ਇਸਤਰੀਆਂ ਦੇ ਸਰੀਰ ਵੀ ਸਨ। ਉਹਨਾਂ ਨੇ ਵੀ ਗੁਰੂ ਨੂੰ ਪਿਆਰ ਕੀਤਾ ਹੈ। ਉਹਨਾਂ ਨੇ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਪਿਆਰ ਵਿੱਚ, ਉਹਨਾਂ ਦੀ ਯਾਦ ਵਿੱਚ ਸਵਾਸ ਲਏ ਨੇ। ਗੁਰੂ ਨੂੰ ਮੋਹ ਕੀਤਾ ਹੈ, ਮੁਹੱਬਤ ਕੀਤੀ, ਪਰ ਉਹਨਾਂ ਦਾ ਮੋਹ, ਉਹਨਾਂ ਦੀ ਮੁਹੱਬਤ ਵਿਕਾਰਾਂ ਵਿੱਚ ਤਬਦੀਲ ਨਹੀਂ ਹੋਈ। ਉਹਦਾ ਕਾਰਨ ਕੀ ਸੀ? ਉਹਨਾਂ ਨੇ ਅੰਦਰਲੇ ਹਿੱਸੇ ਨੂੰ ਵੇਖਿਆ, ਅੰਦਰਲੇ ਸ਼ਬਦ ਨੂੰ ਦੇਖਿਆ। ਇਸ ਕਰਕੇ ਕਿਸੇ ਸਰੀਰ ਨਾਲ ਸ਼ਬਦੀ ਸਾਂਝ ਪੈ ਜਾਣੀ, ਜੋਤ ਦੀ ਜੋਤ ਨਾਲ ਸਾਂਝ ਪੈ ਜਾਣੀ, ਸੰਸਾਰ ਦਾ ਮੋਹ ਨਹੀਂ ਹੈ। ਕਈ ਵਾਰੀ ਬੜਿਆਂ ਨੂੰ ਇੱਕ ਤਜਰਬਾ ਹੁੰਦਾ, ਸਨੇਹ ਬਣ ਜਾਂਦਾ ਸਰੀਰਾਂ ਦਾ, ਸਰੀਰਾਂ ਨੂੰ ਉਹ ਇੰਝ ਲੱਗਦਾ ਜਿਵੇਂ ਮੋਹ ਹੈ, ਪਰ ਨਹੀਂ, ਉਹ ਸ਼ਬਦੀ ਮੋਹ ਹੈ। ਉਹ ਇੱਕ ਪ੍ਰੇਮ ਦੀ ਪ੍ਰਕਿਰਿਆ ਹੈ ਜਿਹੜੀ ਸਰੀਰ ਦੇ ਵਿਕਾਰ ਤੋਂ ਅੱਗੇ ਖਿੱਚ ਕੇ ਲੈ ਜਾਂਦੀ ਹੈ। ਪਰ ਹੁੰਦਾ ਸਭ ਕੁਝ ਇਹ ਕਿਰਪਾ ਨਾਲ। ਇਹ ਬੜੀ ਵੱਡੀ ਦਾਤ ਹੈ। ਨਹੀਂ ਤੇ ਆਮ ਤੌਰ 'ਤੇ ਸੰਬੰਧ ਧਰਮ ਦੇ ਤੌਰ 'ਤੇ ਜੁੜਦੇ ਨੇ, ਬਦਲ ਉਹ ਸਰੀਰਕ ਦੁਨੀਆ ਨਾਲ ਜਾਂਦੇ ਨੇ। ਇਸ ਤਰ੍ਹਾਂ ਵੀ ਹੋ ਸਕਦਾ ਜੇ ਆਦਮੀ ਸੁਚੇਤ ਨਾ ਹੋਇਆ। ਇਹ ਵੀ ਗਲਤੀ ਹੋ ਸਕਦੀ ਕਿ ਉਹ ਜਿਹੜੀ ਦੁਨੀਆ ਹੈ ਇੱਧਰ ਵੀ ਤੁਰ ਸਕਦੀ। ਪਰ ਸਤਿਗੁਰੂ ਨੇ ਅੱਜ ਬਚਨ ਕੀਤਾ, ਜਿਨ੍ਹਾਂ ਨੇ ਸ਼ਬਦ ਦੁਆਰਾ ਇੱਕ ਦੂਜੇ ਨੂੰ ਸਨੇਹ ਕੀਤਾ, ਦੋਸਤੀ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖਾਂ ਦੀ ਦੋਸਤੀ ਦੇ ਬੜੇ ਬੜੇ ਉਦਾਹਰਣ ਆਏ ਨੇ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਜਾਂ ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਜਿਨ੍ਹਾਂ ਨੂੰ ਵੇਖਣ ਨਾਲ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਖਤਮ ਹੁੰਦੇ ਨੇ, ਜਿਨ੍ਹਾਂ ਦੇ ਦੀਦਾਰ ਕਰਨ ਦੇ ਨਾਲ ਉਹਨਾਂ ਦਾ ਮੋਹ ਦੁਨੀਆ ਵਾਲਾ ਮੋਹ ਨਹੀਂ ਹੈ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ। ਪਰ ਹੈਣ ਬੜੇ ਥੋੜੇ। ਹਉ ਢੁੰਡੇਂਦੀ ਜਗ ਸੁਭਾਇਆ, ਜਨ ਨਾਨਕ ਵਿਰਲੇ ਕਈ। ਇਸ ਤਰ੍ਹਾਂ ਦਾ ਸਨੇਹ ਸੰਸਾਰ ਦੀ ਦੁਨੀਆ ਤੋਂ ਪਰੇ ਹੈ, ਮੋਹ ਤੋਂ ਵੱਡਾ ਹੈ।
ਇਸ ਕਰਕੇ ਸਿੱਖ ਪਿਆਰ ਕਰਦੇ ਰਹੇ ਗੁਰੂ ਨੂੰ। ਔਰ ਇਕੱਲੇ ਸਿੱਖ ਪੁਰਖ ਨਹੀਂ, ਇਸਤਰੀਆਂ ਸਿੱਖ ਵੀ ਪਿਆਰ ਕਰਦੀਆਂ ਰਹੀਆਂ। ਪਿਆਰ ਦਾ ਮਤਲਬ ਅੰਦਰਲਾ ਪ੍ਰੇਮ ਸ਼ਬਦ ਦੁਆਰਾ ਸੰਬੰਧਿਤ ਹੁੰਦੇ ਰਹੇ ਉਸ ਅੰਦਰਲੇ ਸਰੂਪ ਦੇ ਨਾਲ। ਜਿੱਥੇ ਸਰੀਰ ਜਿਹੜਾ ਹੈ ਉਹ ਪਾਸੇ ਹਟ ਗਿਆ ਬਿਲਕੁਲ, ਪਰ ਇੱਕ ਹੋਣ ਦੇ ਨਾਲ ਪ੍ਰੇਮ ਬਣ ਗਿਆ ਜਿਹਦੀ ਵਿਆਖਿਆ ਨਹੀਂ ਹੋ ਸਕਦੀ, ਜਿਹਦੀ ਤਸਵੀਰ ਨਹੀਂ ਖਿੱਚੀ ਜਾ ਸਕਦੀ। ਤਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਸੰਸਾਰ ਦੀ ਸੁੰਦਰਤਾ ਵੱਲ ਵੇਖਦੇ ਨੇ, ਤਰ੍ਹਾਂ ਤਰ੍ਹਾਂ ਦੀ ਸੁੰਦਰਤਾ ਵੱਲ ਝਾਤੀ ਪਾਉਂਦੇ ਨੇ, ਤੇ ਉਹਦਾ ਇੱਕ ਹਿੱਸਾ ਹੈ ਕਿ ਸੰਸਾਰ ਦੀ ਸੁੰਦਰਤਾ ਖਿੱਚ ਕੇ ਬਾਹਰਲੇ ਪਾਸੇ ਲੈ ਜਾਏ, ਮੋਹ ਵਿੱਚ ਜੋੜਦਾ ਹੈ, ਜਾਂ ਉਹ ਜਿਹੜੀ ਸੁੰਦਰਤਾ ਹੈ ਮਨੁੱਖ ਨੂੰ ਬਾਹਰੀ ਦੁਨੀਆ ਨਾਲ ਸੰਬੰਧਿਤ ਕਰ ਦੇਵੇ। ਪਰ ਜਿਨ੍ਹਾਂ ਵਿੱਚ ਸ਼ਬਦ ਦੀ ਦਾਤ ਵਸ ਗਈ, ਉਹਨਾਂ ਨੇ ਜਦੋਂ ਸੰਸਾਰ ਨੂੰ ਵੇਖਿਆ ਤਾਂ ਉੱਥੇ ਇਹ ਸ਼ਬਦ ਉਚਾਰਨ ਕੀਤੇ, ਕਹਿੰਦੇ ਨਮੋ ਸਰਬ ਦ੍ਰਿਸ਼ੰ। ਜਿੰਨੇ ਮੈਂ ਦਰਸ਼ਨ ਕਰ ਰਿਹਾ, ਜਿੰਨੇ ਲੋਕਾਂ ਨੂੰ ਮੈਂ ਦੇਖ ਰਿਹਾ, ਇਹਨਾਂ ਵਿੱਚ ਤੇਰਾ ਦਰਸ਼ਨ ਹੈ, ਤੇਰੀ ਜੋਤ ਹੈ, ਤੇ ਤੇਰੀ ਜੋਤ ਨੂੰ ਨਮੋ ਦਾ ਅਰਥ ਨਮਸਕਾਰ ਹੈ। ਮੈਂ ਤੈਨੂੰ ਝੁਕਣਾ, ਮੈਂ ਤੈਨੂੰ ਪ੍ਰਣਾਮ ਕਰਨਾ। ਪਰ ਇਹ ਗੱਲ ਯਾਦ ਰੱਖਣਾ, ਇਹ ਦ੍ਰਿਸ਼ਟੀ ਉਹਨਾਂ ਨੂੰ ਮਿਲੇਗੀ ਜਿਨ੍ਹਾਂ ਦੇ ਦ੍ਰਿਸ਼ਟੀ ਦੇ ਵਿੱਚ ਸ਼ਬਦ ਦਾ ਪ੍ਰਕਾਸ਼ ਹੋ ਚੁੱਕਾ, ਦੂਜਿਆਂ ਨੂੰ ਨਹੀਂ। ਉਹ ਤੇ ਖਾਕ ਦੀ ਨਜ਼ਰ ਨਾਲ ਦੇਖ ਰਹੇ ਨੇ, ਤੇ ਮਿੱਟੀ ਦੀ ਨਜ਼ਰ ਨਾਲ ਵੇਖ ਰਹੇ ਨੇ, ਉਹਨਾਂ ਦਾ ਵਿਸ਼ਾ ਨਹੀਂ ਹੈ, ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਇੱਕ ਐਸਾ ਵੀ ਸਮਾਂ ਹੈ ਜਦੋਂ ਅੱਖ ਬੰਦ ਹੀ ਕੰਮ ਦਿੰਦੀ ਹੈ, ਉਹ ਹੀ ਠੀਕ ਹੈ, ਉਹ ਬੰਦਾ ਨਾ ਹੀ ਖੋਲੇ ਤਾਂ ਚੰਗੀ। ਇੱਕ ਐਸਾ ਵੀ ਸਮਾਂ ਜਦੋਂ ਅੱਖ ਜ਼ਮੀਨ ਵਾਲੀ ਰਵੇ ਤਾਂ ਚੰਗੀ ਹੈ। ਪਰ ਜਦੋਂ ਇਹ ਦ੍ਰਿਸ਼ਟੀ ਖੁੱਲ ਜਾਏ, ਜਿਹਨੂੰ ਕਹਿੰਦੇ ਨਮੋ ਸਰਬ ਦ੍ਰਿਸ਼ਟੰ, ਕਬੀਰ ਜੀ ਨੇ 3 ਸ਼ਲੋਕ ਵੀ ਕਹੇ ਨੇ। ਸਖੀ ਨਾਲ ਗੱਲ ਕਰਦੇ ਕਿਸੇ ਗੁਰਮੁਖ ਨੇ ਪੁੱਛਿਆ, 2-3 ਅਵਸਥਾਵਾਂ ਦਸੀਆਂ ਨੇ, ਤੇ ਕਬੀਰ ਸਾਹਿਬ ਕਹਿੰਦੇ ਨੀਚੇ ਲੋਇਨ ਕਰ ਰਹੂੰ ਲੈ ਸਾਜਨ ਘਟ ਮਾਹੇ। ਇਹ ਪਹਿਲੀ ਦਸ਼ਾ ਹੈ। ਆਪਣੇ ਸੱਜਣ ਨੂੰ, ਆਪਣੇ ਰੱਬ ਨੂੰ, ਘਟ ਦਾ ਅਰਥ ਹੈ ਹਿਰਦੇ ਵਿੱਚ ਵਸਾ ਕੇ ਅੱਖਾਂ ਨੀਵੀਆਂ ਕਰ ਲੈ, ਸੰਸਾਰ ਨੂੰ ਨਾ ਦੇਖ, ਨਹੀਂ ਤੇ ਤੂੰ ਭਟਕ ਜਾਏਗਾ, ਉਧਰੋਂ ਵੇਖਣਾ ਬੰਦ ਕਰ ਦੇ। ਨੀਚੇ ਲੋਇਨ ਕਰ ਰਹੋ, ਅੱਖਾਂ ਨੀਵੀਆਂ ਕਰਕੇ ਰਹੋ। ਲੈ ਸਾਜਨ ਘਟ ਮਾਹੇ, ਆਪਣੇ ਸੱਜਣ ਨੂੰ, ਪਿਆਰੇ ਨੂੰ, ਪਰਮਾਤਮਾ ਨੂੰ ਹਿਰਦੇ ਵਿੱਚ ਵਸਾ ਕੇ ਉਹਨੂੰ ਵੇਖ ਅੰਦਰੋਂ। ਇਹ ਪਹਿਲੀ ਅਵਸਥਾ ਹੈ। ਸਭ ਰਸ ਖੇਲੋਂ ਪੀਸਿਓ, ਕਿਸੀ ਲਿਖਾਵੋ ਨਾਹੇ। ਉਹਦੇ ਨਾਲ ਤੂੰ ਅੰਦਰ ਗੱਲਬਾਤ ਕਰੀ ਜਾ, ਪਰ ਕਿਸੇ ਨੂੰ ਨਾ ਦੱਸੀ। ਇਹ ਪਹਿਲੀ ਦਸ਼ਾ ਹੈ। ਫਿਰ ਅੱਗੇ ਕਿਹਾ, ਕਹਿੰਦੇ 8 ਪਹਿਰ 64 ਘੜੀ ਨਿਰਖਤ ਰਹਿ ਤੋ ਜੀਓ। ਨੀਚੇ ਲੋਇਨ ਕਿਉਂ ਕਰੋ, ਸਭ ਘਟ ਦੇਖੋ ਪੀਓ। ਹੁਣ ਦੂਜੀ ਅਵਸਥਾ ਆ ਗਈ, ਉਹ ਕਹਿੰਦੇ ਹੁਣ ਅੱਖਾਂ ਨੀਵੀਆਂ ਕਰਨ ਦੀ ਲੋੜ ਨਹੀਂ, ਕਿਉਂਕਿ ਹੁਣ ਤੂੰ ਜਦੋਂ ਵੇਖੇਂਗਾ ਤੇਰੀ ਦ੍ਰਿਸ਼ਟੀ ਵਿੱਚ ਸ਼ਬਦ ਵਸ ਚੁੱਕਾ ਹੈ। ਦੂਜੀ ਅਵਸਥਾ ਹੈ, ਤੇਰੀ ਦ੍ਰਿਸ਼ਟੀ ਵਿੱਚ ਨਾਮ ਵਸ ਚੁੱਕਿਆ ਹੈ। ਹੁਣ 8 ਪਹਿਰ ਉਹਦੇ ਤੋਂ ਬਿਨਾਂ ਹੋਰ ਕਿਸੇ ਦੇ ਦੀਦਾਰ ਹੀ ਨਹੀਂ। 8 ਪਹਿਰ 64 ਘੜੀ ਨਿਰਖਤ ਰਹਿ ਤੋ ਜੀਓ। ਨਿਰਖਤ ਦਾ ਅਰਥ ਹੈ ਵੇਖਣਾ, ਮਨ ਉਹਨੂੰ ਵੇਖਦਾ ਰਹਿੰਦਾ। ਨੀਚੇ ਲੋਇਨ ਕਿਉਂ ਕਰੋ, ਹੁਣ ਤੂੰ ਨੀਚੇ ਲਾਉਣ ਕਿਉਂ ਕਰਨਾ, ਹੁਣ ਅੱਖਾਂ ਨੀਵੀਆਂ ਕਿਉਂ ਕਰਨਾ। ਸਭ ਘਟ ਦੇਖੋ ਪੀਓ, ਆਪਣੇ ਪਤੀ ਨੂੰ, ਪਰਮਾਤਮਾ ਨੂੰ ਸਭ ਪਾਸੇ ਵੇਖ ਸਕਣਾ। ਇਸ ਦਸ਼ਾ ਦਾ ਫਿਰ ਅੱਗੇ ਜ਼ਿਕਰ ਕੀਤਾ, ਉਹ ਕਹਿੰਦੇ ਸੁਣ ਸਖੀ ਪੀ ਮੈਂ ਜਿਉ ਬਸੈ, ਜੀ ਮੈਂ ਬਸੈ ਕੇ ਪੀਓ। ਜਿਉ ਪੀਓ ਬੂਝੋ ਨਹੀਂ, ਘਟ ਮੈਂ ਜਿਉ ਕੇ ਪੀਓ। ਇਹ ਤੇ ਇੱਕਮਿਕ ਹੋਈ ਦਸ਼ਾ ਹੈ। ਸੁਣ ਸਖੀ ਪੀ ਮੈਂ ਜਿਉ ਬਸੈ। ਹੇ ਸਖੀ, ਹੇ ਗੁਰਮੁਖ ਸੁਣ, ਹੁਣ ਮੇਰੀ ਜਿੰਦ ਆਪਣੇ ਪਤੀ ਦੇ ਚਰਨਾਂ ਵਿੱਚ ਵਸਦੀ, ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਰੱਖਦੀ। ਪੀ ਮੈਂ ਬਸੈ ਕੇ ਜੀਓ, ਜੀਓ ਪੀਓ ਬੂਝੋ ਨਹੀਂ। ਤੇ ਕਈ ਵਾਰੀ ਮੈਨੂੰ ਇੰਝ ਲੱਗਦਾ ਮੇਰੀ ਜਿੰਦ ਹੀ ਮੇਰਾ ਪਤੀ ਹੈ, ਜਾਂ ਉਹ ਤੇ ਮੈਂ ਇੱਕੋ ਹੋ ਗਏ।
ਜਿਉ ਪਿਓ ਬੂਝੋ ਨਹੀਂ। ਹੁਣ ਪਤਾ ਨਹੀਂ ਲੱਗਦਾ ਮੈਂ ਕੌਣ ਹਾਂ ਤੇ ਉਹ ਕੌਣ ਹੈ, ਦੋਵੇਂ ਇੱਕ ਹੋ ਗਏ, ਇਕੱਠੇ ਹੋ ਗਏ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਜਿਉ ਪਿਓ ਬੂਝੋ ਨਹੀਂ, ਘਟ ਮੈਂ ਜਿਉ ਕੇ ਪਿਓ। ਉਸ ਦਸ਼ਾ ਵਿੱਚ ਜਾ ਕੇ ਕਲਗੀਆਂ ਵਾਲੇ ਪਾਤਸ਼ਾਹ ਬਚਨ ਕਹਿੰਦੇ, ਨਮੋ ਸਰਬ ਦ੍ਰਿਸ਼ੰ। ਸਾਰੇ ਦੀਦਾਰਾਂ ਵਿੱਚ ਤੇਰਾ ਜਲਵਾ ਹੈ, ਸਾਰਿਆਂ ਦੇ ਚਿਹਰਿਆਂ ਦੇ ਵਿੱਚ ਤੂੰ ਵਿਦਮਾਨ ਹੈ। ਉਹਨਾਂ ਵਿੱਚੋਂ ਹੁਣ ਤੈਨੂੰ ਮੈਂ ਖੋਜ ਲਿਆ, ਲੱਭ ਲਿਆ। ਉਹਨਾਂ ਵਿੱਚੋਂ ਤੇਰੇ ਦੀਦਾਰ ਕਰ ਲਏ ਨੇ। ਜਿਨ੍ਹਾਂ ਦੀ ਦ੍ਰਿਸ਼ਟੀ ਸ਼ਬਦ ਨਾਲ ਪੂਰਤ ਹੋ ਗਈ, ਉਹ ਸਰੀਰ ਤੱਕ ਸੀਮਤ ਨਹੀਂ। ਕਲਗੀਆਂ ਵਾਲੇ ਪਾਤਸ਼ਾਹ ਦੇ ਅਨਿੰਨ ਸਿੱਖ ਭਾਈ ਨੰਦ ਲਾਲ ਦੇ ਘਰ ਜਦੋਂ ਅਨੰਦਪੁਰ ਸਾਹਿਬ ਵਿੱਚ ਸਨ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਭੇਸ ਬਦਲ ਕੇ ਚਲੇ ਗਏ। ਕਲਗੀ ਲਾਹ ਦਿੱਤੀ। ਉਹ ਜਿਹੜਾ ਬੜਾ ਬਾਦਸ਼ਾਹੀ ਠਾਠ ਵਾਲਾ ਲਿਬਾਸ ਸੀ, ਲਾਹ ਕੇ ਰੱਖਿਆ। ਸ਼ਾਮ ਦੇ ਵਕਤ ਹਨੇਰਾ ਹੋਣ ਵਾਲਾ ਸੀ, ਤੇ ਨਾਲ ਦੇ ਸਿੱਖਾਂ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਨਹੀਂ ਆਉਣਾ, ਮੈਂ ਅੱਜ ਨੰਦ ਲਾਲ ਨੂੰ ਪਰਖਣ ਚੱਲਾਂ ਬਈ ਉਹ ਮੈਨੂੰ ਕੇਵਲ ਬਾਹਰੋਂ ਹੀ ਵਹਿੰਦਾ ਹੈ ਕਿ ਅੰਦਰੋਂ ਵੀ ਵੇਖ ਲੈਂਦਾ। ਕੱਪੜੇ ਲਾਹ ਦਿੱਤੇ, ਖੱਦਰ ਦਾ ਪਰਨਾ ਵਲੇਟ ਲਿਆ ਸਿੱਧਾ ਪੁੱਠਾ। ਉਹਦੀਆਂ 2-4 ਲੜਫਾਂ ਇੱਧਰ ਛੱਡ ਦਿੱਤੀਆਂ, 2-4 ਕੰਨੀਆਂ ਇੱਧਰ ਛੱਡ ਦਿੱਤੀਆਂ। ਇੱਕ ਸਿੱਧਾ ਜਿਹਾ ਕੁੜਤਾ ਪਹਿਨ ਲਿਆ, ਇੱਕ ਪੁਰਾਣੀ ਜੀ ਜੁੱਤੀ ਪਹਿਨ ਲਈ, ਇੱਕ ਤੇੜ ਚਾਦਰਾ ਜਿਹਾ ਬੰਨ੍ਹ ਲਿਆ, ਹੱਥ ਵਿੱਚ ਇੱਕ ਮੰਗਣ ਵਾਲਾ ਲੋਟਾ ਫੜ ਲਿਆ ਤੇ ਇੱਕ ਛੋਟੀ ਜਿਹੀ ਸੋਟੀ ਫੜ ਕੇ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਸਿੱਖ ਨੂੰ ਵੇਖਣ ਵਾਸਤੇ ਜਾ ਰਹੇ ਨੇ ਵੀ ਕਿੱਥੋਂ ਤੱਕ ਗਿਆ ਹੈ। ਕਈ ਰੂਪ ਨੇ ਉਹਦੇ, ਔਰ ਇਹ ਰੂਪ ਕੇਵਲ ਉਦੋਂ ਨਹੀਂ ਸਨ। ਜਿਹੜਾ ਗੁਰੂ ਸਦਕਾਲੀ ਹੈ ਉਹ ਅੱਜ ਵੀ ਕਈ ਰੂਪਾਂ ਵਿੱਚ ਸਾਡੇ ਕੋਲ ਆਉਂਦਾ ਹੈ। ਅੱਜ ਵੀ ਕਈ ਰੂਪ ਬਣਾ ਕੇ ਆਉਂਦਾ ਹੈ, ਪਰ ਜਦੋਂ ਅਸੀਂ ਉਹਨੂੰ ਪਹਿਚਾਣਦੇ ਨਹੀਂ ਫਿਰ ਚੁੱਪ ਕਰਕੇ ਚਲਾ ਜਾਂਦਾ ਹੈ, ਕਿਉਂਕਿ ਉਹ ਦੱਸਦਾ ਨਹੀਂ ਕਿ ਮੈਂ ਤੇਰੇ ਕੋਲ ਆਇਆ ਸੀ। ਇਹ ਅਗਲੇ ਨੇ ਪਹਿਚਾਨਣਾ ਹੈ। ਇਹ ਉਹਦਾ ਇੱਕ ਨਿਯਮ ਹੈ, ਉਹਦਾ ਇੱਕ ਧਰਮ ਹੈ। ਉਹਨੇ ਖੁਦ ਨਹੀਂ ਦੱਸਣਾ ਮੈਂ ਕੌਣ ਹਾਂ। ਇਹ ਵੇਖਣ ਵਾਲੇ ਦੀ ਅੱਖ ਤੇ ਨਿਰਭਰ ਕਰਦਾ ਹੈ। ਸਤਿਗੁਰੂ ਚਲੇ ਗਏ, ਨੰਦ ਲਾਲ ਦੇ ਦਰਵਾਜ਼ੇ ਅੱਗੇ ਗਏ ਤੇ ਅਲਖ ਜਗਾ ਦਿੱਤੀ। ਫਕੀਰ ਆਏ ਨੇ, ਪਾਓ ਕੁਝ ਝੋਲੀ ਵਿੱਚ। ਭਾਈ ਨੰਦ ਲਾਲ ਜੀ ਪ੍ਰਸ਼ਾਦਾ ਤਿਆਰ ਕਰਾ ਰਹੇ ਸਨ। ਅਜੇ ਪੂਰਾ ਨਹੀਂ ਸੀ ਪੱਕਿਆ, ਪਰ ਗੁਰੂ ਦਾ ਹੁਕਮ ਸੀ ਜੇ ਕੋਈ ਮੰਗਣ ਆਵੇ ਕੱਚਾ ਪੱਕਾ ਜੋ ਝੋਲੀ ਵਿੱਚ ਪਾ ਦੇਣਾ। ਗੁਰੂ ਦਾ ਹੁਕਮ ਚੇਤੇ ਆ ਗਿਆ। ਅੱਧੀ ਕੱਚੀ ਅੱਧੀ ਪੱਕੀ ਦਾਲ ਸਬਜ਼ੀ, ਥੋੜ੍ਹਾ ਜਿਹਾ ਆਟਾ ਗੁੰਨਿਆ ਹੋਇਆ, ਕੱਚੇ ਪੱਕੇ ਪ੍ਰਸ਼ਾਦੇ ਉਹ ਲੈ ਕੇ ਪਹੁੰਚ ਗਿਆ ਵੀ ਫਕੀਰ ਨੂੰ ਦੇ ਕੇ ਆਵਾਂ। ਪਹਿਲਾਂ ਤੇ ਉਹ ਜਿਹੜੀ ਦਾਲ ਸਬਜ਼ੀ ਪਾਈ ਭਾਂਡੇ ਵਿੱਚ ਚੰਗੀ ਤਰ੍ਹਾਂ ਨਹੀਂ ਦੇਖਿਆ। ਜਦੋਂ ਪ੍ਰਸ਼ਾਦੇ ਦੇਣ ਲੱਗੇ ਨਾ ਭਾਈ ਨੰਦ ਲਾਲ ਸਾਹਿਬ ਤੇ ਸਤਿਗੁਰਾਂ ਵੱਲ, ਫਕੀਰ ਵੱਲ ਵੇਖਿਆ ਅੱਖ ਚੁੱਕ ਕੇ ਵੀ ਬੜਾ ਅਜੀਬ ਫਕੀਰ ਲੱਗਦਾ ਹੈ। ਆਉਂਦੇ ਬਹੁਤ ਨੇ, ਕੱਪੜੇ ਤਾਂ ਫਕੀਰਾਂ ਵਰਗੇ ਨੇ, ਪਰ ਚਿਹਰਾ ਫਕੀਰਾਂ ਵਾਲਾ ਉਸ ਤਰ੍ਹਾਂ ਦਾ ਨਹੀਂ ਹੈ। ਇਹ ਬਾਦਸ਼ਾਹ ਵੀ ਲੱਗਦਾ ਹੈ। ਕੱਪੜੇ ਦਰਵੇਸ਼ਾਂ ਵਾਲੇ, ਅੰਦਰ ਬਾਦਸ਼ਾਹੀ। ਇਹ ਉਹ ਦਸ਼ਾ ਹੈ ਜਿਹਨੂੰ ਫਿਰ ਇਹ ਦਸ਼ਾ ਵੇਖ ਕੇ ਜਦੋਂ ਵੇਖਿਆ, ਚੰਗੀ ਤਰ੍ਹਾਂ ਧਿਆਨ ਨਾਲ ਵੇਖਿਆ, ਸ਼ੱਕ ਪੈ ਗਿਆ ਵੀ ਇਹ ਤੇ ਕੋਈ ਲੱਗਦਾ ਹੈ ਜਿਹੜਾ ਮੇਰਾ ਬਿਲਕੁਲ ਨਜ਼ਦੀਕੀ ਹੈ। ਧਿਆਨ ਨਾਲ ਦੇਖਿਆ ਤੇ ਪ੍ਰਸ਼ਾਦੇ ਦੇਣ ਲੱਗੇ ਰੁਕ ਗਏ। ਸਤਿਗੁਰਾਂ ਨੇ ਹੱਥ ਕੀਤੇ ਸਨ ਤੇ ਭਾਈ ਸਾਹਿਬ, ਭਾਈ ਨੰਦ ਲਾਲ ਜੀ ਕਹਿੰਦੇ ਨੇ, ਕਹਿੰਦੇ ਸਾਰਿਆਂ ਤੋਂ ਤੂੰ ਲੁਕ ਸਕਣਾ ਪਰ ਮੇਰੇ ਤੋਂ ਨਹੀਂ। ਭੇਸ ਬਦਲ ਕੇ ਧੋਖਾ ਦੇਣਾ ਚਾਹੁੰਦਾ, ਹੁਣ ਤੂੰ ਮੇਰੇ ਤੋਂ ਲੁਕ ਨਹੀਂ ਸਕਦਾ, ਕਿਉਂਕਿ ਜੇ ਮੈਂ ਤੈਨੂੰ ਇਕੱਲਾ ਬਾਹਰਲੀ ਦ੍ਰਿਸ਼ਟੀ ਨਾਲ ਵੇਖਦਾ ਫਿਰ ਤੇ ਸ਼ਾਇਦ ਤੂੰ ਲੁਕਿਆ ਰਹਿੰਦਾ। ਕਈਆਂ ਤੋਂ ਲੁਕਿਆ ਹੀ ਹੋਇਆ, ਕੋਲ ਹੀ ਰਹਿਣਾ ਸਾਰਿਆਂ ਦੇ। ਹੁਣ ਮੈਂ ਤੈਨੂੰ ਅੰਦਰੋਂ ਵੀ ਦੇਖ ਸਕਣਾ। ਸਤਿਗੁਰਾਂ ਦੇ
ਮੁਖਾਰਬਿੰਦ ਤੋਂ ਥੋੜ੍ਹਾ ਜਿਹਾ ਹਾਸਾ ਵੀ ਪਹਿਚਾਨ ਲਿਆ। ਹਜ਼ੂਰ ਨੇ ਹੱਥ ਫੜ ਲਿਆ ਭਾਈ ਨੰਦ ਲਾਲ ਜੀ ਦਾ, ਕਹਿਣ ਲੱਗੇ ਨੰਦ ਲਾਲ ਕਿਸੇ ਨੇ ਨਹੀਂ ਪਹਿਚਾਨਿਆ, ਤੂੰ ਕਿਵੇਂ ਸਾਨੂੰ ਦੇਖ ਲਿਆ? ਤੇ ਸਤਿਗੁਰੂ ਦੇ ਸਾਹਮਣੇ ਭਾਈ ਨੰਦ ਲਾਲ ਜੀ ਬੜੇ ਡੂੰਘੇ ਪਿਆਰ ਵਿੱਚ ਚਲੇ ਗਏ। ਕਹਿਣ ਲੱਗੇ, ਭਾਈ ਨੰਦ ਲਾਲ ਜੀ ਨੇ ਬਚਨ ਕਿਹਾ, ਕਹਿੰਦੇ ਮਹਾਰਾਜ ਮੈਂ ਤੁਹਾਡੇ ਕੱਪੜਿਆਂ ਤੱਕ, ਚਿਹਰੇ ਤੱਕ ਸੀਮਤ ਨਹੀਂ। ਜਦੋਂ ਮੈਂ ਤੁਹਾਡੀਆਂ ਅੱਖਾਂ ਵੱਲ ਵੇਖਿਆ ਤੇ ਇਸ ਤਰ੍ਹਾਂ ਦੀ ਦ੍ਰਿਸ਼ਟੀ ਸੰਸਾਰ ਵਿੱਚ ਹੋਰ ਕਿਤੇ ਨਹੀਂ, ਜਿਵੇਂ ਤੁਹਾਡੀਆਂ ਅੱਖਾਂ ਦੇ ਵਿੱਚੋਂ ਕਿਰਪਾ ਦੀ ਦ੍ਰਿਸ਼ਟੀ ਝਰਦੀ। ਇੱਥੋਂ ਮੈਨੂੰ ਪਹਿਚਾਣ ਆ ਗਈ। ਉੱਥੇ ਫਿਰ ਉਚਾਰਿਆ ਸੀ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਤੇਰੇ ਕੱਪੜੇ ਦਰਵੇਸ਼ਾਂ ਵਾਲੇ ਨੇ। ਬਾਹਰੋਂ ਤੂੰ ਫਕੀਰ ਲੱਗਣਾ ਹੈ, ਤੇ ਫਕੀਰ ਹੁੰਦਾ ਹੀ ਉਹ ਹੈ ਜਿਹਦੇ ਬਾਹਰਲੇ ਪਾਸੇ ਫਕੀਰੀ ਹੋਵੇ, ਅੰਦਰ ਜਿਹਦੇ ਦਰਵੇਸ਼, ਅੰਦਰ ਜਿਹਦੇ ਬਾਦਸ਼ਾਹੀ ਹੋਵੇ ਨਾਮ ਦੀ, ਅੰਦਰ ਜਿਹਦੇ ਰੱਬ ਦੇ ਪਿਆਰ ਦੀ ਬਾਦਸ਼ਾਹਤ ਹੋਵੇ। ਫਕੀਰ ਉਹਨੂੰ ਹੀ ਕਹਿੰਦੇ ਨੇ। ਇਹ ਨੇ ਵੀ ਬਾਹਰੋਂ ਫਕੀਰ ਬਾਦਸ਼ਾਹ ਹੋਵੇ ਤੇ ਅੰਦਰੋਂ ਕੰਗਾਲ ਹੋਵੇ, ਅੰਦਰ ਹੋਵੇ ਹੀ ਕੱਖ ਨਾ, ਫਿਰ ਤੇ ਉਹ ਧੋਖਾ ਹੈ ਜ਼ਿੰਦਗੀ ਦੇ ਨਾਲ। ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ। ਹੱਕ ਦੋ ਵਾਰੀ ਕਿਹਾ, ਹੱਕ ਦਾ ਅਰਥ ਹੈ ਸੱਚਾ। ਤੂੰ ਬਾਦਸ਼ਾਹ ਵੀ ਸੱਚਾ ਹੈ, ਤੂੰ ਫਕੀਰ ਵੀ ਸੱਚਾ ਹੈ। ਇਸ ਤਰ੍ਹਾਂ ਦ੍ਰਿਸ਼ਟ ਨੂੰ ਦੇਖ ਕੇ, ਦਰਸ਼ਨ ਨੂੰ ਦੇਖ ਕੇ ਉਹਦੇ ਵਿੱਚੋਂ ਪਹਿਚਾਨ ਲੈਣਾ, ਇਹ ਸਾਰਿਆਂ ਦੇ ਵੱਸ ਦਾ ਕੰਮ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ ਨਮੋ ਸਰਬ ਦ੍ਰਿਸ਼ੰ, ਸਾਰਿਆਂ ਦੀਦਾਰਾਂ ਵਿੱਚ ਤੇਰਾ ਜਲਵਾ ਮੌਜੂਦ ਹੈ। ਕਹਿੰਦੇ ਨਮੋ ਸਰਬ ਕ੍ਰਿਸ਼ਨ, ਕ੍ਰਿਸ਼ ਦਾ ਅਰਥ ਹੈ ਖਿੱਚਣਾ। ਤੇਰਾ ਜਲਵਾ ਸਾਰਿਆਂ ਨੂੰ ਆਪਣੇ ਵੱਲ ਖਿੱਚ ਰਿਹਾ, ਸਾਰਿਆਂ ਨੂੰ ਖਿੱਚ ਪਾਉਂਦਾ ਹੈ। ਹਰ ਇੱਕ ਨੂੰ ਤੂੰ ਧੋ ਰਿਹਾ ਹੈ, ਖਿੱਚ ਪਾਉਣਾ ਹੈ, ਆਪਣੇ ਵੱਲ ਖਿੱਚ ਲੈਣਾ ਹੈ। ਇਸ ਕਰਕੇ ਜਿਹਦਾ ਪਿਆਰ ਰੱਬ ਨਾਲ ਵੱਧਦਾ ਹੈ, ਗੁਰੂ ਨਾਲ ਜਿਹਦਾ ਪਿਆਰ ਵੱਧਦਾ ਹੈ, ਉਹਦੀ ਆਪਣੀ ਮਿਹਨਤ ਦਾ ਸਿੱਟਾ ਨਹੀਂ ਹੁੰਦਾ। ਸੱਚ ਇਹ ਹੈ ਸਾਧ ਸੰਗਤ, ਜਿਹਦੇ ਉੱਤੇ ਗੁਰੂ ਦੀ ਦ੍ਰਿਸ਼ਟੀ ਪੈ ਜਾਏ ਭਰ ਕੇ, ਗੁਰੂ ਉਹਨੂੰ ਆਪਣੇ ਵੱਲ ਆਪ ਹੀ ਖਿੱਚ ਲੈਂਦਾ। ਉਹਦੇ ਵਿੱਚ ਖਿੱਚਣ ਦੀ ਸ਼ਕਤੀ ਹੈ। ਜਿਹਦੇ ਅੰਦਰ ਖਿੱਚ ਹੈ, ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਸਾਹਿਬ ਅਗਲੇ ਗੁਣ ਅਕਾਲ ਪੁਰਖ ਵਾਹਿਗੁਰੂ ਦੇ ਕਹਿੰਦੇ ਨਮੋ ਸਰਬ ਰੰਗੇ, ਜਿੰਨੇ ਰੰਗ ਨੇ ਨਸਲਾਂ ਦੇ, ਕੋਈ ਸਾਂਵਲੇ ਰੰਗ ਦਾ ਹੈ, ਕੋਈ ਸਫੈਦ ਦਾ ਹੈ, ਫੁੱਲ ਕਿੰਨੀ ਤਰ੍ਹਾਂ ਦੇ ਖਿੜੇ ਨੇ, ਚਾਂਦਨੀ ਦਾ ਆਪਣਾ ਰੰਗ ਹੈ, ਸੂਰਜ ਦੀ ਧੁੱਪ ਦਾ ਆਪਣਾ ਰੰਗ ਹੈ। ਇਹ ਜਿੰਨੀ ਤਰ੍ਹਾਂ ਦੇ ਰੰਗ ਨੇ, ਇਹਨਾਂ ਸਾਰਿਆਂ ਰੰਗਾਂ ਵਿੱਚ ਦੀਦਾਰ ਕਰਕੇ ਅਕਾਲ ਪੁਰਖ ਦੇ ਸਤਿਗੁਰੂ ਕਹਿੰਦੇ ਨਮੋ ਸਰਬ ਰੰਗੇ, ਸਾਰਿਆਂ ਰੰਗਾਂ ਵਿੱਚ ਤੇਰੇ ਦੀਦਾਰ ਹੋ ਰਹੇ ਨੇ, ਤੈਨੂੰ ਨਮਸਕਾਰ ਹੈ। ਤ੍ਰਿਭੰਗੀ ਅਨੰਗੇ, ਤ੍ਰਿਭੰਗੀ ਤਿੰਨ, ਜਿਹੜੇ ਤਿੰਨਾਂ ਲੋਕਾਂ ਨੂੰ ਇੱਥੇ ਲਿਖਿਆ ਨਾਸ ਕਰਨ ਵਾਲਾ, ਜਾਂ ਜਿਹੜਾ ਉਹਦੇ ਨਾਲ ਪਿਆਰ ਕਰਦਾ ਹੈ, ਉਹਦੇ ਵਿੱਚੋਂ ਤਿੰਨ ਪ੍ਰਕਾਰ ਦੇ ਤਾਪ, ਆਦ ਵਿਆਦ ਔਰ ਉਪਾਦ, ਇਹਨਾਂ ਤਿੰਨਾਂ ਨੂੰ ਖਤਮ ਕਰ ਦਿੰਦਾ। ਤ੍ਰਿਭੰਗੀ ਤਿੰਨਾਂ ਨੂੰ ਭੰਗ ਕਰ ਦਿੰਦਾ। ਜਿਹੜੇ ਲੋਕ ਉਹਦੇ ਨਾਲ ਜੁੜ ਗਏ, ਜਿਹਦਾ ਅੰਗ ਕੋਈ ਨਹੀਂ, ਅਨ ਅੰਗੇ, ਅੰਗ ਤੋਂ ਰਹਿਤ ਹੈ, ਹੱਥ ਪੈਰ ਉਹਦੇ ਨਹੀਂ, ਉਹ ਅਕਾਲ ਪੁਰਖ ਐਸੇ ਪੁਰਖ ਦਾ, ਐਸੇ ਮਨੁੱਖ ਦਾ, ਜਿਹੜੇ ਤਿੰਨ ਪ੍ਰਕਾਰ ਦੇ ਜਿਹੜੇ ਰੋਗ ਨੇ, ਆਦ ਵਿਆਦ ਔਰ ਉਪਾਦ, ਤਿੰਨਾਂ ਨੂੰ ਭੰਗ ਕਰਨ ਵਾਲਾ ਹੈ। ਹਜ਼ੂਰ ਅੱਗੇ ਕਹਿੰਦੇ ਨਮੋ ਜੀਵ ਜੀਵੰ, ਨਮੋ ਬੀਜ ਬੀਜੇ। ਦੋ ਚੀਜ਼ਾਂ ਕਹੀਆਂ ਨੇ ਇੱਥੇ। ਇੱਕ ਤਾਂ ਜੀਵ, ਜੀਵ ਦਾ ਮਨ ਹੈ, ਜੀਵ ਦਾ ਸਰੀਰ, ਜੀਵ ਜੀਵੇ, ਉਹਨਾਂ ਦੇ ਵਿੱਚ ਜਿਹੜੀ ਜਿੰਦ ਹੈ ਉਹ ਤੂੰ ਆਪ ਹੈ। ਨਮੋ ਜੀਵ ਜੀਵੇ, ਜੀਵਾਂ ਦੇ ਵਿਚਲਾ ਜੀਵ ਤੂੰ ਹੈ। ਉਹਨਾਂ ਦੀ ਸਰੀਰ ਨੂੰ, ਭਾਵੇਂ ਕਿ ਮਨੁੱਖ ਨੂੰ ਜਨਮ ਲੈਣ ਤੋਂ ਬਾਅਦ ਇਹ ਭੁਲੇਖਾ ਪੈ ਗਿਆ ਮੈਂ ਫਲਾਣਾ ਸਿੰਘ ਹਾਂ, ਹਜ਼ੂਰ ਕਹਿੰਦੇ ਉਹਨਾਂ ਜੀਵਾਂ ਦੇ ਵਿੱਚ ਨਮੋ ਜੀਵ ਜੀਵਨ, ਸਾਰਿਆਂ ਜੀਵਾਂ ਵਿੱਚ ਜਿਹੜੇ ਜਿਉਂ ਰਹੇ ਨੇ, ਮਨੁੱਖ ਨੇ, ਹੋਰ ਵੀ ਕਈ ਪ੍ਰਕਾਰ ਦੀਆਂ ਜੂਨੀਆਂ ਨੇ,
ਉਹਨਾਂ ਸਾਰਿਆਂ ਜੀਵਾਂ ਦੇ ਅੰਦਰ ਜਿਹੜਾ ਜੀਵ ਹੈ, ਜਿੰਦ ਹੈ, ਜੋਤ ਹੈ, ਉਹਨੂੰ ਨਮਸਕਾਰ ਹੈ। ਨਮੋ ਬੀਜ ਬੀਜੇ। ਫਿਰ ਜਿੰਨੇ ਵੀ ਜੀਵ ਨੇ ਇਸ ਧਰਤੀ ਦੇ ਉੱਤੇ, ਉਹਨਾਂ ਵਿੱਚ ਹੋਰ ਜੀਵਾਂ ਨੂੰ ਪੈਦਾ ਕਰਨ ਦੀ ਸਮਰੱਥਾ ਤੂੰ ਪਾਈ ਹੋਈ ਹੈ। ਇਹ ਤੇਰੀ ਬੜੀ ਵੱਡੀ ਕਲਾ ਹੈ। ਜਿਵੇਂ ਇੱਕ ਅੰਬ ਦਾ ਬੂਟਾ ਹੈ, ਉਹਨੂੰ ਇੱਕ ਅੰਬ ਦਾ ਫਲ ਲੱਗਾ, ਉਸ ਫਲ ਦੇ ਵਿੱਚ ਜਿੱਥੇ ਉਹਦੇ ਵਿੱਚ ਮਿਠਾਸ ਹੈ, ਜਿੱਥੇ ਉਸ ਫਲ ਦੇ ਅੰਦਰ ਇਹ ਗੁਣ ਹੈ ਕਿ ਉਹ ਖਾਧਿਆਂ ਮਿੱਠਾ ਲੱਗਦਾ, ਉਹਦੀ ਛਿੱਲੜ ਹੈ, ਹੋਰ ਬੜਾ ਕੁਝ ਹੈ। ਪਰ ਤੂੰ ਕਿੰਨਾ ਸਿਆਣਾ ਹੈ, ਤੈਨੂੰ ਇਹ ਵੀ ਫਿਕਰ ਹੈ ਵੀ ਜੇ ਇਹ ਅੰਬ ਦਾ ਫਲ ਖਾਧਾ ਗਿਆ ਤੇ ਹੋਰ ਅੱਗੋਂ ਫਲ ਕਿੱਥੋਂ ਪੈਦਾ ਹੋਣਗੇ, ਹੋਰ ਇਹਨਾਂ ਦੀ ਵ੍ਰਿੱਧੀ, ਇਹਨਾਂ ਦਾ ਵਿਕਾਸ ਕਿਵੇਂ ਹੋਵੇਗਾ। ਇਸ ਕਰਕੇ ਜਿੱਥੇ ਤੂੰ ਉਸ ਫਲ ਦੇ ਵਿੱਚ ਮਿਠਾਸ ਪਾਈਏ, ਉੱਥੇ ਹੋਰ ਫਲ ਪੈਦਾ ਕਰਨ ਦੀ ਵਾਸਤੇ ਬੀਜ ਵੀ ਗਿਟਕ ਦੇ ਰੂਪ ਵਿੱਚ ਪਾਇਆ ਹੋਇਆ ਹੈ ਹਰ ਇੱਕ ਜੀਵ ਦੇ ਅੰਦਰ। ਇਹ ਕੇਵਲ ਫਲਾਂ ਵਿੱਚ ਨਹੀਂ, 84 ਲੱਖ ਜਿੰਨੇ ਵੀ ਜੂਨ ਹੈ, ਸਾਰਿਆਂ ਦੇ ਵਿੱਚ ਉਹਨੇ ਬੀਜ ਸਰੂਪ ਸ਼ਕਤੀ ਪਾਈ ਹੋਈ ਹੈ, ਜਿਹੜੀ ਅੱਗੇ ਹੋਰ ਉਸ ਫਲ ਨੂੰ ਵਧਾਉਂਦੀ ਏ। ਉਸ ਸ਼ਕਤੀ ਨੂੰ ਵੀ ਹਜ਼ੂਰ ਦੇਖ ਰਹੇ ਨੇ। ਕਿੰਨੀ ਬਰੀਕ ਨਜ਼ਰ ਹੋਵੇਗੀ, ਕਿੰਨੇ ਸੂਖਸ਼ਮ ਹੋ ਗਏ। ਵੈਸੇ ਜੇ ਧਰਮ ਨੂੰ ਸਮਝਣਾ ਹੈ, ਜਿੰਨਾ ਆਦਮੀ ਸੂਖਸ਼ਮ ਹੋਵੇਗਾ, ਉਹਨਾਂ ਗੁਰਬਾਣੀ ਨੂੰ ਛੇਤੀ ਸਮਝੇਗਾ। ਜਿੰਨਾ ਸੂਖਸ਼ਮ, ਜਿੰਨੀ ਬੁੱਧੀ ਅਸਥੂਲ ਹੋਵੇਗੀ ਨਾ, ਮੋਟੀ, ਅਸੀਂ ਕਹਿ ਤੇ ਦਿੰਦੇ ਹਾਂ ਬਈ ਕੋਈ ਅਸਥੂਲ ਜਾਂ ਮੋਟੇ ਜਿਹੇ ਅਰਥ ਕਰੋ ਗੁਰਬਾਣੀ ਦੇ, ਬਹੁਤੀ ਬਰੀਕੀ ਵਿੱਚ ਕਿਵੇਂ ਜਾਈਏ, ਸੂਖਸ਼ਮਤਾ ਵਿੱਚ ਕਿਵੇਂ ਜਾਈਏ। ਜੇ ਕਿਸੇ ਕੋਲ ਸੂਖਸ਼ਮ ਹੋਣ ਦੀ ਸ਼ਕਤੀ ਨਹੀਂ, ਉਹ ਬੰਦਾ ਧਾਰਮਿਕ ਨਹੀਂ ਹੋ ਸਕਦਾ। ਇਸ ਤਰ੍ਹਾਂ ਦੇ ਧਾਰਮਿਕ ਤਾਂ ਆਪਾਂ ਹੈ ਹੀ ਹਾਂ ਬਹੁਤ ਵੱਡੀ ਗਿਣਤੀ ਵਿੱਚ, ਤੁਹਾਨੂੰ ਪਤਾ ਹੀ ਹੈ। ਬੜੀ ਵੱਡੀ ਗਿਣਤੀ ਧਰਤੀ ਤੇ, ਕਿੰਨੇ ਮੇਲੇ ਲੱਗਦੇ ਨੇ, ਕਿੰਨੇ ਤੀਰਥ ਨੇ, ਕਿੰਨੇ ਮਸਜਿਦ, ਗੁਰਦੁਆਰੇ, ਮੰਦਰ, ਲੱਖਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ। ਪਰ ਕੀ ਸਾਰਿਆਂ ਨੇ ਧਰਮ ਦੇ ਉਸ ਸਰੋਤ ਕੇਂਦਰ ਨਾਲ ਸਾਂਝ ਪਾ ਲਈ? ਨਹੀਂ ਪਈ। ਉਹ ਕਿਉਂ ਨਹੀਂ ਪਈ? ਉਹ ਧਰਮ ਨੂੰ ਅਸਥੂਲ ਬਣਾਉਣਾ ਚਾਹੁੰਦੇ ਨੇ, ਧਰਮ ਦੀ ਮੋਟੀ ਵਿਆਖਿਆ ਚਾਹੁੰਦੇ ਨੇ, ਮੋਟੀਆਂ ਮੋਟੀਆਂ ਗੱਲਾਂ। ਇੱਕ ਤਾਂ ਇਹ ਵੀ ਰਿਵਾਜ ਹੈ ਧਾਰਮਿਕ ਦੁਨੀਆ ਵਿੱਚ ਵੀ ਜਿਹੜੀ ਧਰਮੀ ਲੋਕਾਂ ਨੂੰ ਗੱਲਾਂ ਦਾ ਪਤਾ ਕਹਿੰਦੇ, ਉਹ ਸੁਣਾਓ ਮੁੜ ਮੁੜ ਕੇ, ਸਿਫਾਰਿਸ਼ ਕਰਦੇ ਨੇ, ਪਹਿਲਾਂ ਆਉਂਦੀਆਂ ਨੇ, ਉਹ ਦੁਹਰਾਓ। ਔਰ ਉਹਨਾਂ ਦੀ ਅੰਦਰ ਇੱਕ ਰਸ ਬਣ ਜਾਂਦਾ ਵੀ ਇਹ ਜਿਹੜੀ ਗੱਲ ਹੈ ਮੈਨੂੰ ਪਹਿਲਾਂ ਪਤਾ ਸੀ। ਇਹ ਮੋਟੇ ਤਲ ਤੇ ਜਿਹੜੀ ਬੁੱਧੀ ਹੈ, ਜਿਹਨੂੰ ਹਾਥੀ ਵਾਲੀ ਬੁੱਧੀ ਕਹਿੰਦੇ ਨੇ, ਉਹਦੇ ਨਾਲ ਕਬੀਰ ਜੀ ਨੇ ਤਾਂ ਹੀ ਕਿਹਾ ਕਿ ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਨਿਓ ਨਾ ਜਾਈ। ਜੇ ਕਿਤੇ ਰੇਤ ਦੇ ਢੇਰ ਵਿੱਚ ਖੰਡ ਦਾ ਇੱਕ ਛਟਾ ਦੇ ਦਿਓ, ਦਾਣੇ ਬਰੀਕ ਖਿੱਲਰ ਜਾਣ, ਤੇ ਇੱਕ ਹਾਥੀ ਨੂੰ ਕਹੋ ਵੀ ਸੁੰਡ ਦੇ ਨਾਲ ਇਸ ਖੰਡ ਨੂੰ ਚਿਣ ਲਵੋ, ਜੇ ਉਹ ਨਾ ਮੁਮਕਿਨ ਹੈ ਤੇ ਇੱਕ ਹਾਥੀ ਵਾਲੀ ਬੁੱਧੀ ਨਾਲ, ਮੋਟੀ ਬੁੱਧੀ ਨਾਲ, ਜਿਹੜੀ ਸਮਝਣ ਵਾਸਤੇ ਤਿਆਰ ਕੁਝ ਨਹੀਂ, ਉਸ ਬੁੱਧੀ ਨਾਲ ਗੁਰਬਾਣੀ ਦੀ ਸਮਝ ਆ ਜਾਏ, ਗੁਰੂ ਦੀ ਗੱਲ ਕੰਮ ਆ ਜਾਏ, ਬਿਲਕੁਲ ਮੁਮਕਿਨ ਨਹੀਂ। ਇਸ ਕਰਕੇ ਆਉਂਦੀ ਨਹੀਂ ਕੰਮ, ਕਿਉਂਕਿ ਬੁੱਧੀ ਬੜੀ ਮੋਟੀ ਹੈ। ਬੁੱਧੀ ਮੋਟੀ ਵੀ ਬੜੀ ਹੈ, ਬੁੱਧੀ ਵਿੱਚ ਬੱਧਾ ਚੱਟੀ ਵੀ ਬੜੀ ਹੈ। ਧਰਮ ਨੂੰ ਜਿਹੜਾ ਬੰਦਾ ਢੂੰਦਾ ਹੈ ਨਾ, ਸਿਰਫ ਫਸਿਆ ਹੋਇਆ। ਜਿਹੜਾ ਆਦਮੀ ਮਜਬੂਰਨ ਫਸਿਆ ਹੋਇਆ ਵੀ ਫਸ ਗਿਆ ਧਰਮ ਦੀ ਦੁਨੀਆ ਵਿੱਚ, ਹੁਣ ਕਰਨਾ ਹੀ ਪੈਣਾ, ਉਹ ਕੁਝ ਨਹੀਂ ਕਰ ਸਕੇਗਾ, ਕਿਤੇ ਨਹੀਂ ਪਹੁੰਚੇਗਾ। ਸਿਰਫ ਉਹ ਹੀ ਧਰਮ ਦਾ ਕੰਮ ਵਿੱਚ ਆਉਂਦਾ ਹੈ ਜਿਹੜਾ ਪੂਰੀ ਤੀਬਰਤਾ ਨਾਲ, ਚਾਉ ਨਾਲ, ਖਿੱਚ ਨਾਲ ਕੀਤਾ ਜਾਏ, ਜਿਹਦੇ ਵਿੱਚ ਕੇਵਲ ਬੱਧਾ ਚੱਟੀ, ਉਹ ਕੋਈ ਕਰਮ ਕੰਮ ਨਹੀਂ ਆਉਣ ਵਾਲਾ। ਇਸ ਕਰਕੇ ਹਾਥੀ ਦੀ ਬੁੱਧੀ ਨਾਲ, ਸੰਸਾਰੀ ਬੁੱਧੀ ਨਾਲ ਬੰਦੇ ਨੂੰ ਸਮਝ ਆ ਜਾਏ, ਇਹ ਨਹੀਂ ਹੋ ਸਕਦਾ। ਵੈਸੇ ਬਹਾਨਾ ਬਹੁਤ ਹੈ, ਜੇ ਧਰਮ ਦੀ ਗੱਲ ਸੂਖਸ਼ਮ ਕਰੋ, ਆਦਮੀ ਸਮਝਣ ਨੂੰ ਤਿਆਰ ਨਹੀਂ। ਪਰ ਵੇਖੋ ਦੂਜੇ ਪਾਸੇ ਸਾਇੰਸ, ਵਿਗਿਆਨ, ਮਾਇਆ ਦੇ ਸਿਸਟਮ ਸਮਝਣ ਵਿੱਚ ਬੰਦਾ ਕਿੰਨਾ ਤੇਜ਼ ਹੈ। ਅਸੀਂ ਬੜੀ ਵਡਿਆਈ ਨਾਲ ਕਹਿੰਦੇ ਹਾਂ ਜੀ ਬੱਚੇ ਬਹੁਤ ਸਾਡੇ ਚਲਾਕ ਨੇ,
ਸਾਨੂੰ ਨਹੀਂ ਪਤਾ ਕੰਪਿਊਟਰ ਕਿਵੇਂ ਚਲਾਉਣਾ ਹੈ। 3 ਸਾਲ ਦਾ ਸਿੱਖ ਗਿਆ ਜੀ, 4 ਸਾਲ ਦਾ। ਮੋਬਾਈਲ ਦੇ ਜਿੰਨੇ ਸਿਸਟਮ ਨੇ ਇਹਨਾਂ ਨੂੰ 5 ਸਾਲ ਦੀ ਉਮਰ ਵਿੱਚ ਹੀ ਪਤਾ ਲੱਗ ਗਿਆ ਹੈ। ਬੜੇ ਤੇਜ਼ ਨੇ, ਬੜੇ ਚਲਾਕ ਨੇ। ਹੁਣ ਉੱਥੇ ਬਰੀਕੀ ਕਿਵੇਂ ਆ ਗਈ? ਤੇ ਜਦੋਂ ਆਇਆ ਬੰਦਾ ਧਰਮ ਦੇ ਖੇਤਰ ਵਿੱਚ, ਗੁਰੂ ਦੀ ਗੱਲ ਸੁਣਨ ਲੱਗਾ, ਜੇ ਉੱਥੇ ਥੋੜ੍ਹੀ ਜਿਹੀ ਸੂਖਸ਼ਮਤਾ ਦੀ ਬਰੀਕੀ ਦੀ ਗੱਲ ਹੋਈ, ਉੱਥੇ ਨੀਂਦ ਆ ਗਈ। ਉੱਥੇ ਸਮਝਣ ਲਈ ਤਿਆਰ ਹੀ ਨਹੀਂ ਹੈ। ਇਸ ਕਰਕੇ ਧਰਮ ਇੱਕ ਸਿਰਫ ਬਾਹਰਲੀ ਪੂਜਾ ਪ੍ਰਤਿਸ਼ਠਾ, ਆਉਣਾ ਜਾਣਾ, ਇੱਕ ਮਨ ਦੀ ਤਸੱਲੀ ਜੀ ਹੋ ਜਾਂਦਾ। ਹੋਰ ਇਹਦੇ ਵਿੱਚੋਂ ਲੋਕਾਂ ਨੂੰ ਇਸ ਤਰ੍ਹਾਂ ਮਿਲਦਾ ਕੁਝ ਨਹੀਂ, ਕੋਈ ਪ੍ਰਾਪਤੀ ਨਹੀਂ, ਕਿਉਂਕਿ ਉਹਦੇ ਵਿੱਚ ਸੂਖਸ਼ਮਤਾ ਹੈ ਹੀ ਨਹੀਂ, ਉਹਦੇ ਵਿੱਚ ਦਿਮਾਗ ਹੀ ਨਹੀਂ ਹੈ, ਉਹਦੇ ਅੰਦਰ ਉਹਦਾ ਲਗਾਵ ਹੀ ਕੋਈ ਨਹੀਂ। ਤਾਂ ਹੈ ਸਭ ਕੁਝ ਇਹਦੇ ਅੰਦਰ। ਜਦੋਂ ਇੱਕ ਧਰਮ ਦਾ ਵਿਦਿਆਰਥੀ ਵੀ ਇਹ ਕਹਿੰਦਾ ਨਾ ਵੀ ਬਰੀਕੀ ਸਾਨੂੰ ਸਮਝ ਨਹੀਂ ਆਉਂਦੀ, ਇਹਦਾ ਮਤਲਬ ਉਹਦੀ ਨੀਅਤ ਵਿੱਚ ਬੇਈਮਾਨੀ ਹੈ, ਉਹ ਸਮਝਣਾ ਨਹੀਂ ਚਾਹੁੰਦਾ। ਦੁਨੀਆ ਵਿੱਚ ਕੁਝ ਵੀ ਔਖਾ ਨਹੀਂ, ਜਿਹਨੂੰ ਆਦਮੀ ਨੇ ਕਰਨਾ ਉਹਨੂੰ ਕਰ ਹੀ ਸਕਦਾ ਹੈ, ਔਰ ਜਿਹਨੂੰ ਉਹ ਨਹੀਂ ਕਰਨਾ ਚਾਹੁੰਦਾ, ਉਹ ਭਾਵੇਂ ਕਿੰਨਾ ਸਰਲ ਹੋਵੇ, ਉਹ ਕਦੀ ਨਹੀਂ ਕਰ ਸਕੇਗਾ। ਕਦੀ ਵੇਖੋ ਉਸ ਗੁਰੂ ਦੀ ਕਲਾ ਨੂੰ। ਇਹ ਤਾਂ ਠੀਕ ਕਲਗੀਆਂ ਵਾਲੇ ਪਾਤਸ਼ਾਹ ਨੇ ਬਾਹਰੋਂ ਸਿੱਖ ਨੂੰ ਤਲਵਾਰ ਦਿੱਤੀ ਹੈ, ਸ਼ਸਤਰ ਦਿੱਤੇ ਨੇ, ਜੋਸ਼ ਦਿੱਤਾ ਹੈ, ਪਰ ਕਦੀ ਜਾਪ ਸਾਹਿਬ ਦੀ ਬਾਣੀ ਦੇ ਅਰਥ ਕਦੀ ਧਿਆਨ ਦੇ ਨਾਲ ਲੈ ਕੇ ਪੜ੍ਹਨਾ। ਕਿੰਨੇ ਬਰੀਕ ਚਲੇ ਗਏ। ਕਹਿੰਦੇ ਨਮੋ ਬੀਜ ਬੀਜੇ, ਹਰ ਇੱਕ ਬੀਜ ਦੇ ਵਿੱਚ ਫਿਰ ਉਸ ਫਲ ਨੂੰ ਪੈਦਾ ਕਰਨ ਦਾ ਸਿਸਟਮ ਤੂੰ ਪਹਿਲਾਂ ਹੀ ਪਾ ਦਿੱਤਾ। ਕਿੰਨਾ ਸੂਖਸ਼ਮ ਹੈ, ਕਿੰਨਾ ਬਰੀਕ ਹੈ। ਉਹ ਗੁਰੂ ਇੰਨਾ ਸੂਖਸ਼ਮ ਗੱਲ ਕਰੇ ਤੇ ਸਿੱਖ ਉਹਦਾ ਨਾਂ ਲੈ ਕੇ ਇੰਨੀ ਮੋਟੀ ਬੁੱਧੀ ਨਾਲ ਜੀਵੇ, ਸੰਬੰਧ ਕਿਵੇਂ ਜੁੜੇਗਾ? ਇਸ ਕਰਕੇ ਸਾਡਾ ਬਣਾਇਆ ਹੋਇਆ ਗੁਰੂ ਵੀ ਸਾਡਾ ਕਲਪਤੀ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਦਾ ਅਸਲੀ ਸਰੂਪ ਹੈ ਉਹ ਜਾਪ ਸਾਹਿਬ ਵਿੱਚ ਹੈ। ਇੰਨਾ ਸੂਖਸ਼ਮ ਸਰੂਪ ਹੈ। ਤਸਵੀਰਾਂ ਨਾਲ ਮੋਹ ਕਰਨਾ ਤੇ ਬੜਾ ਸੌਖਾ ਹੈ, ਗੁਰਦੁਆਰੇ ਦੀਆਂ ਕੰਧਾਂ ਨਾਲ ਮੋਹ ਕਰ ਲੈਣਾ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ। ਜੋੜ ਮੇਲਿਆਂ ਨਾਲ, ਲੰਗਰਾਂ ਨਾਲ ਸਨੇਹ ਕਰ ਲੈਣਾ, ਇਹ ਤੇ ਬਾਹਰਲੀ ਦੁਨੀਆ ਹੈ। ਪਰ ਗੁਰੂ ਦੀ ਆਤਮਾ ਨੂੰ ਵੇਖਣ ਦਾ ਯਤਨ ਕਰਨਾ, ਉਹ ਤੇ ਜਾਪ ਸਾਹਿਬ ਵਿੱਚ ਹੈ, ਬਾਣੀ ਵਿੱਚ ਹੈ, ਉਹ ਤੇ ਗੁਰੂ ਕੇ ਸ਼ਬਦ ਦੇ ਅੰਦਰ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿੱਥੇ ਅੱਤ ਦੇ ਬਹੁਤ ਸ਼ਕਤੀਸ਼ਾਲੀ ਤੇ ਨਿਪੁੰਨ ਜੰਗੀ ਜਰਨੈਲ ਨੇ, ਉੱਥੇ ਬੜੇ ਗਹਿਰੇ ਫਿਲਾਸਫਰ, ਸੰਤ ਵੀ ਹਨ, ਕਵੀ ਵੀ ਹਨ। ਉਹਨਾਂ ਦੀ ਬਾਣੀ ਵਿੱਚ ਬਰੀਕੀ, ਸੂਖਸ਼ਮਤਾ ਵੀ ਬੜੀ ਹੈ ਤੇ ਪ੍ਰੇਮ ਵੀ ਬੜਾ ਹੈ। ਇਸ ਲਈ ਉਹ ਕਹਿੰਦੇ ਨਮੋ ਬੀਜ ਬੀਜੇ, ਨਮਸਕਾਰ ਹੈ ਤੈਨੂੰ ਜਿਹੜਾ ਸਾਰਿਆਂ ਦੇ ਵਿੱਚ ਬੀਜ ਬਣ ਕੇ ਬੈਠਾ। ਫਿਰ ਸਾਹਿਬ ਕਹਿੰਦੇ ਅਖਿਜੇ, ਆਮ ਤੌਰ ਤੇ ਤੁਸੀਂ ਵੇਖੋਗੇ ਬੰਦਾ ਬਹੁਤ ਜਲਦੀ ਖਿਝ ਜਾਂਦਾ ਹੈ। ਹਜ਼ੂਰ ਕਹਿੰਦੇ ਤੂੰ ਖਿਝਦਾ ਨਹੀਂ। ਤੈਨੂੰ ਕਈ ਲੋਕ ਸਵੇਰੇ, ਦੁਪਹਿਰ, ਸ਼ਾਮ ਇੱਕੋ ਗੱਲ ਵਾਰ-ਵਾਰ ਕਹੀ ਜਾਂਦੇ ਨੇ। ਕਿੰਨੇ ਲੋਕ ਆਉਂਦੇ ਆਪਾਂ ਗੁਰੂ ਕੋਲ, ਇੱਕ ਗੱਲ ਨੂੰ ਵਾਰ-ਵਾਰ ਦੁਹਰਾਉਂਦੇ ਹਾਂ, ਕਿਰਪਾ ਕਰਨੀ। ਕੱਲ ਵੀ ਕਹੀ ਸੀ, ਅੱਜ ਫਿਰ ਕਹੀ, ਪਰਸੋਂ ਫਿਰ ਕਵਾਂਗੇ। ਕਈ ਸਾਲਾਂ ਤੋਂ ਕਹਿ ਰਹੇ ਹਾਂ, ਤੂੰ ਸਾਰਿਆਂ ਦੀ ਗੱਲ ਸੁਣੀ ਜਾ ਰਿਹਾ, ਪਰ ਖਿਝਦਾ ਨਹੀਂ ਹੈ। ਖਿਝਦਾ ਨਹੀਂ, ਵਾਰ-ਵਾਰ ਸੁਣੀ ਜਾਂਦਾ, ਕ੍ਰੋਧ ਵਿੱਚ ਨਹੀਂ ਆਉਂਦਾ। ਇਸ ਕਰਕੇ ਹਜ਼ੂਰ ਕਹਿੰਦੇ ਅਖਿਜੇ, ਖਿਝਦਾ ਨਹੀਂ ਤੂੰ। ਤੇ ਜਿਹੜੀ ਇੱਕ ਬੜੀ ਵੱਡੀ ਸਾਨੂੰ ਇਹ ਰੋਗ ਹੈ ਨਾ ਖਿਝਣ ਦਾ, ਘਰਾਂ ਵਿੱਚ ਇੱਕ ਦੂਜੇ ਤੋਂ ਬੰਦਾ ਖਿਝ ਜਾਂਦਾ ਹੈ। ਅਧਿਆਪਕ ਜਿਹੜਾ ਉਹ ਵਿਦਿਆਰਥੀ ਤੋਂ ਖਿਝਿਆ ਹੋਇਆ ਹੈ, ਵਿਦਿਆਰਥੀ ਅਧਿਆਪਕ ਤੋਂ ਖਿਝਿਆ ਹੋਇਆ ਹੈ, ਪਤੀ ਪਤਨੀ ਤੋਂ, ਭਰਾ ਭਰਾ ਤੋਂ। ਇਹ ਖਿਝਣਾ ਤਾਂ ਹੈ, ਇਹ ਨਿਸ਼ਾਨੀ ਹੈ ਵੀ ਇਹ ਬੰਦਾ ਰੱਬ ਤੋਂ ਬਹੁਤੀ ਦੂਰ ਹੈ। ਜਿੰਨਾ ਉਹਦੇ ਨੇੜੇ ਹੋ ਗਿਆ, ਉਹਦੇ ਵਿੱਚ ਖਿਝ ਖਤਮ ਹੋ ਜਾਏਗੀ, ਉਹ ਇੱਕ ਸਮੁੰਦਰ ਵਾਂਗ ਹੋ ਜਾਏਗਾ। ਇਸ ਲਈ ਉਸ ਨੂੰ ਹਜ਼ੂਰ ਕਹਿੰਦੇ ਅਖਿਜੇ, ਤੂੰ ਖਿਝਦਾ ਨਹੀਂ। ਔਰ ਇਹ ਬਚਨ ਕੀਤਾ, ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀਓ ਕਦੇ ਨਾ ਬੋਲੇ ਕੌੜਾ। ਸੰਮਲ ਥੱਕੀ ਦਾ ਮਤਲਬ ਇਹ ਹੈ
ਮੈਂ ਬੜੀਆਂ ਗੱਲਾਂ ਯਾਦ ਕਰ ਕਰਕੇ ਵੇਖੀਆਂ ਨਾ ਵੀ ਵਾਰ-ਵਾਰ ਤੈਨੂੰ ਸਤਾਇਆ ਬੜਾ ਸਵੇਰੇ ਸ਼ਾਮ, ਇੱਕੋ ਗੱਲ ਵਾਰ-ਵਾਰ ਕਹੀ ਹੈ, ਪਰ ਤੂੰ ਕਦੀ ਕੌੜਾ ਨਹੀਂ ਬੋਲਿਆ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਪਤਿਤ ਪਾਵਨ ਹਰ ਬਿਰਦ ਸਦਾ, ਏਕ ਤਿਲ ਨਹੀਂ ਭੰਨੇ ਕਾਲੈ। ਇਸ ਲਈ ਤੂੰ ਅਖਿਜੇ ਹੈ। ਫਿਰ ਇੱਕ ਹੋਰ ਬਚਨ ਕੀਤਾ, ਕਹਿੰਦੇ ਅਭਿਜੇ। ਅਭਿਜੇ ਦਾ ਮਤਲਬ ਹੁੰਦਾ ਹੈ ਕਿ ਕੋਈ ਬੰਦਾ ਝੂਠੀਆਂ ਝੂਠੀਆਂ ਗੱਲਾਂ ਕਰਕੇ ਤੈਨੂੰ ਭਿਉਂ ਨਹੀਂ ਸਕਦਾ, ਪ੍ਰਭਾਵਿਤ ਨਹੀਂ ਕਰ ਸਕਦਾ। ਜਿਵੇਂ ਆਪਾਂ ਕਈ ਵਾਰੀ ਖਾਸ ਕਰਕੇ ਜਿਹੜੇ ਬੰਦੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨਾ, ਉਹਨਾਂ ਦੇ ਵਿੱਚ ਇੱਕ ਕਮੀ ਹੁੰਦੀ ਹੈ। ਉਹ ਕਿਹੜੀ? ਉਹਨਾਂ ਕੋਲ ਇੱਕ ਸੱਚਾ ਬੰਦਾ ਚਲਾ ਜਾਏ ਤੇ ਉਹ ਉਹਨਾਂ ਨੂੰ ਭਿੱਜੀਆਂ ਭਿੱਜੀਆਂ ਗੱਲਾਂ ਨਾ ਸੁਣਾਏ, ਖੁਸ਼ਾਮਦ ਨਾ ਕਰੇ, ਉਹਦੀ ਗੱਲ ਨਹੀਂ ਸੁਣਨਗੇ। ਪਰ ਇੱਕ ਫਰੇਬੀ, ਮਕਾਰ, ਝੂਠਾ ਉਹ ਆਦਮੀ ਚਲਾ ਗਿਆ, ਉਹਨੇ ਗੱਲਾਂ ਭਿਉਂ ਭਿਉਂ ਕੇ ਸੁਣਾਈਆਂ ਥੋੜ੍ਹੀਆਂ ਜਿਹੀਆਂ, ਵਿੱਚ ਰਸ ਜਿਹਾ ਪਾ ਕੇ, ਰੰਗ ਰੋਗਣ ਕਰਕੇ, ਪਾਲਿਸ਼ ਕਰ ਲਏ, ਤਾਂ ਉਹਨਾਂ ਦੀਆਂ ਗੱਲਾਂ ਨਾਲ ਉਹ ਭਿੱਜ ਜਾਂਦੇ, ਯਾਨੀ ਕਿ ਪ੍ਰਭਾਵਿਤ ਹੋ ਜਾਂਦੇ ਨੇ। ਉਹਨਾਂ ਦੀ ਗੱਲ ਨੂੰ ਸੁਣ ਕੇ ਸੱਚ ਮੰਨ ਲੈਂਦੇ ਨੇ। ਸਤਿਗੁਰੂ ਕਹਿੰਦੇ ਤੂੰ ਇਸ ਤਰ੍ਹਾਂ ਦਾ ਨਹੀਂ, ਤੂੰ ਨਹੀਂ ਭਿੱਜਦਾ। ਕਿਵੇਂ ਨਹੀਂ ਭਿੱਜਦਾ? ਕਿਸੇ ਚੀਜ਼ ਨਾਲ ਨਹੀਂ ਭਿੱਜਦਾ। ਕਿਹੜੀ ਕਿਹੜੀ ਚੀਜ਼ ਨਾਲ? ਸਤਿਗੁਰੂ ਕਹਿੰਦੇ ਨਾ ਭੀਜੈ ਰਾਗੀ ਨਾਦੀ, ਕਿਸੇ ਚੀਜ਼ ਨਾਲ ਨਹੀਂ ਭਿੱਜਦਾ। ਤੁਸੀਂ ਕਦੀ ਜਾਪ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜ ਲਾ ਕੇ ਵੇਖੋ। ਕਿਤੇ 2-4 ਬੰਦਿਆਂ ਨੂੰ ਭੁਲੇਖਾ ਪੈ ਗਿਆ ਵੀ ਇਹ ਬਾਣੀ ਵਿੱਚ ਕਿਤੇ ਗੁਰੂ ਦੀ ਹੈ ਕਿ ਨਹੀਂ, ਜੋੜ ਕੇ ਵੇਖੋ ਗੁਰੂ ਗ੍ਰੰਥ ਸਾਹਿਬ ਨਾਲ। ਕਲਗੀਆਂ ਵਾਲਾ ਕਹਿ ਰਿਹਾ ਵੀ ਤੂੰ ਭਿੱਜਦਾ ਨਹੀਂ, ਅਭਿੱਜੇ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਸਵੇਰੇ ਆਸਾ ਜੀ ਦੀ ਵਾਰ ਵਿੱਚ ਸੁਣੋਗੇ, ਉਹ ਕਹਿੰਦੇ ਨੇ ਕੋਈ ਗਾਵੇ ਰਾਗੀ ਨਾਦੀ ਬੇਦੀ ਪਉ ਭਾਂਤ ਕਰ, ਨਹੀਂ ਹਰ ਹਰ ਭਿੱਜੈ ਰਾਮ ਰਾਜੇ। ਤੂੰ ਭਿੱਜਦਾ ਨਹੀਂ, ਪਰਵਾਹ ਨਹੀਂ ਕਰਦਾ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ। ਤੂੰ ਕਦੀ ਕਿਸੇ ਦੀਆਂ ਬਾਹਰਲੀਆਂ ਅਰਦਾਸਾਂ ਤੇ ਨਹੀਂ ਭਿੱਜਦਾ, ਪਰਵਾਹ ਨਹੀਂ ਕਰਦਾ। ਇਸ ਕਰਕੇ ਕਹਿੰਦੇ ਅਭਿਜੇ ਸਮਸਤੰ ਪਰਸਿਜੇ। ਇੱਕ ਤਾਂ ਤੂੰ ਭਿੱਜਦਾ ਨਹੀਂ, ਇੱਕ ਸਮਸਤੰਗ ਦਾ ਹੁੰਦਾ ਸਾਰੇ। ਫਿਰ ਜਿੰਨੇ ਚੰਗੇ ਮਾੜੇ ਤੈਨੂੰ ਮੰਨਣ ਵਾਲੇ, ਨਾ ਮੰਨਣ ਵਾਲੇ, ਉਹਨਾਂ ਦੇ ਉੱਤੇ ਪ੍ਰਸਿੱਜੇ, ਖੁਸ਼ ਵੀ ਰਹਿਣਾ। ਇੱਕੋ ਵਕਤ ਤੂੰ ਬੇਪਰਵਾਹ ਵੀ ਹੈ ਤੇ ਉਹਨਾਂ ਨੂੰ ਪਿਆਰ ਵੀ ਕਰਨਾ ਹੈ। ਇਹ ਦਸ਼ਾ ਬ੍ਰਹਮ ਗਿਆਨੀ ਦੀ ਹੈ। ਇਹ ਉਹਦੀ ਦਸ਼ਾ ਹੈ ਕਿ ਉਹ ਝੂਠੇ ਨੂੰ ਝੂਠਾ ਵੀ ਕਹਿ ਦਿੰਦਾ, ਪਰ ਉਹਨੂੰ ਪਿਆਰ ਵੀ ਕਰਦਾ ਹੈ। ਬੜੀ ਕਠਿਨ ਦਸ਼ਾ ਲੱਗਦੀ ਵੀ ਇੱਕ ਬੰਦੇ ਨੂੰ ਗਲਤ ਵੀ ਕਹਿਣਾ ਵੀ ਤੂੰ ਇੱਥੇ ਗਲਤ ਜਾ ਰਿਹਾ, ਪਰ ਉਹਦੇ ਨਾਲ ਨਫ਼ਰਤ ਵੀ ਨਹੀਂ ਕਰਨੀ। ਬੜੀ ਔਖੀ ਦਸ਼ਾ ਹੈ। ਇਹ ਪ੍ਰਮਾਤਮਾ ਦੀ ਸਥਿਤੀ ਹੈ। ਜਿਨ੍ਹਾਂ ਦਾ ਮਨ ਉਹਦੇ ਚਰਨਾਂ ਨਾਲ ਜੁੜ ਗਿਆ, ਉਹ ਇਸ ਤਰ੍ਹਾਂ ਦੇ ਬਣ ਗਏ। ਉਹਨਾਂ ਨੇ ਝੂਠਿਆਂ ਨੂੰ ਝੂਠਾ ਵੀ ਕਿਹਾ, ਗਲਤ ਨੂੰ ਗਲਤ ਵੀ ਕਿਹਾ, ਪਰ ਫਿਰ ਵੀ ਉਹਨਾਂ ਨਾਲ ਨਫ਼ਰਤ ਕਰਨ ਤੋਂ ਬਚ ਗਏ। ਕਿਉਂਕਿ ਜੇ ਨਫ਼ਰਤ ਕਰ ਜਾਂਦੇ ਫਿਰ ਉਹ ਵੀ ਰੋਗੀ ਹੋ ਜਾਂਦੇ, ਫਿਰ ਉਹਦੇ ਤੋਂ ਉੱਚੇ ਉੱਠ ਗਏ। ਇਹ ਸਾਰੀਆਂ ਗੱਲਾਂ ਪਿੱਛੇ ਜਪਜੀ ਸਾਹਿਬ ਵਿੱਚ ਆ ਚੁੱਕੀਆਂ ਨੇ ਕਿ ਜਿਹੜਾ ਇਸ ਤਰ੍ਹਾਂ ਦਾ ਵਿਅਕਤੀ, ਉਹ ਸਾਰਿਆਂ ਨੂੰ ਵਹਿੰਦਾ। ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਕਿੰਨੇ ਗਿਣ ਦਿੱਤੇ। ਪਰ ਅਖੀਰ ਤੇ ਜਾ ਕੇ ਕਹਿ ਦਿੱਤਾ ਜੋ ਤੁਧ ਭਾਵੈ ਸਾਈ ਭਲੀ ਕਰ। ਫਿਰ ਆਪਣੇ ਆਪ ਨੂੰ ਧੋ ਲਿਆ। ਜਿਵੇਂ ਇਉਂ ਕਵਾਂ ਕਿ ਇੱਕ ਜ਼ਿਮੀਂਦਾਰ ਆਪਣੇ ਪਸ਼ੂ ਨੂੰ ਨਵਾਉਂਦਾ ਹੈ, ਉਹਦੇ ਸਰੀਰ ਤੇ ਲੱਗੀ ਹੋਈ ਮਿੱਟੀ ਨੂੰ ਲਾਹੁੰਦਾ ਹੈ। ਜਦੋਂ ਉਹਦੀ ਮਿੱਟੀ ਨੂੰ ਲਾਹੁੰਦਾ ਹੈ ਤੇ ਉਹ ਆਪ ਵੀ ਉਹਦੇ ਹੱਥ ਮਿੱਟੀ ਨਾਲ ਭਰੇ ਜਾਂਦੇ, ਉਹਦਾ ਸਰੀਰ ਵੀ ਭਰਿਆ ਜਾਂਦਾ, ਪਰ ਉਹ ਆਪਣੇ ਉਸ ਪਸ਼ੂ ਨੂੰ ਨਵਾਉਣ ਤੋਂ ਬਾਅਦ ਆਪ ਵੀ ਨਹਾ ਲੈਂਦਾ ਹੈ।
ਤਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਦੀ ਨਿੰਦਿਆ ਹੁੰਦੀ ਏ, ਉਹਦੇ ਨਾਲ ਜਿਹੜਾ ਥੋੜ੍ਹਾ ਜਿਹਾ ਦੋਸ਼ ਲੱਗਦਾ ਹੈ, ਉਹਨੂੰ ਫਿਰ ਧੋਣ ਦਾ ਤਰੀਕਾ ਦੱਸਿਆ ਗਿਆ। ਜੇ ਗਲਤ ਦੀ ਵਿਆਖਿਆ ਕਰਨੀ ਹੈ ਤੇ ਉਹਨੂੰ ਆਪਣੇ ਆਪ ਨੂੰ ਫਿਰ ਉਸ ਗਲਤ ਚੀਜ਼ਾਂ ਤੋਂ ਪਾਸੇ ਕਰ ਲੈਣਾ, ਆਪਣੇ ਆਪ ਦਾ ਇਸ਼ਨਾਨ ਕਰਾ ਲੈਣਾ। ਇਹ ਤਰੀਕਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਸਾਰੀ ਮਨਮੁਖਤਾਈ ਦੀ ਵਿਆਖਿਆ ਕਰ ਵੀ ਲੈਣੀ, ਬਾਅਦ ਵਿੱਚ ਇਹ ਭਾਵ ਕਰ ਲੈਣਾ ਵੀ ਇਹ ਤੇਰਾ ਬਣਾਏ ਚੱਲ ਰਿਹਾ, ਆਪਣੇ ਆਪ ਨੂੰ ਉਹਦੇ ਤੋਂ ਕੱਢ ਲੈਣਾ। ਬੜਾ ਸੁੰਦਰ ਤਰੀਕਾ ਹੈ। ਇਸ ਲਈ ਕਹਿੰਦੇ ਸਮਸਤੰ ਪਰਿਸਿਜੇ, ਸਾਰਿਆਂ ਤੇ ਖੁਸ਼ ਰਹਿਣਾ ਹੈ। ਫਿਰ ਕਹਿੰਦੇ ਕਿਰਪਾਲੰ ਸਰੂਪੇ ਕੁਕਰਨਮ ਕੁਕਰਮੰ ਪਰਨਾਸੀ, ਤੇਰਾ ਸਰੂਪ ਜਿਹੜਾ ਹੈ, ਜਿਹੜੀ ਤੇਰੀ ਤਸਵੀਰ ਹੈ, ਉਹ ਬੜੀ ਕਿਰਪਾਲੂ ਹੈ। ਜਦੋਂ ਕੋਈ ਤੇਰੇ ਬਾਰੇ ਸੁਣਦਾ ਵੀ ਬੜਾ ਸਖਤ ਹੈ, ਪਰ ਜਦੋਂ ਤੈਨੂੰ ਕੋਈ ਦੇਖਦਾ ਹੈ ਤੇ ਦੇਖਣ ਲੱਗਿਆਂ ਪਤਾ ਲੱਗਦਾ ਬੜਾ ਪਿਆਰ ਵਾਲਾ, ਬੜਾ ਕਿਰਪਾਲੂ, ਬੜੀ ਦਇਆ ਕਰਨ ਵਾਲਾ। ਕਹਿੰਦੇ ਕੁਕਰਮੰ ਪਰਨਾਸੀ, ਜਿਹੜੇ ਕੁਕਰਮਾਂ ਦੇ ਭਰੇ ਹੋਏ ਲੋਕ ਤੇਰੇ ਦਰ ਤੇ ਚਲੇ ਜਾਂਦੇ ਨੇ, ਤੇਰੇ ਅੱਗੇ ਸਮਰਪਿਤ ਹੋ ਜਾਂਦੇ ਨੇ, ਤੇਰੇ ਨਾਲ ਸਾਂਝ ਪਾ ਲੈਂਦੇ, ਉਹਨਾਂ ਦੇ ਕੁਕਰਮ ਪਰਨਾਸੀ, ਪਰਨਾਸੀ ਦਾ ਮਤਲਬ ਨਾਸ ਕਰ ਦੇਣਾ ਹੈ, ਉਹਨਾਂ ਨੂੰ ਖਤਮ ਕਰ ਦੇਣਾ ਹੈ, ਉਹਨਾਂ ਦੇ ਕੁਕਰਮਾਂ ਦਾ ਖਾਤਮਾ ਕਰ ਦੇਣਾ ਹੈ। ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ, ਸਰਬਦਾ ਸਾਰਿਆਂ ਸਮਿਆਂ ਦੇ ਵਿੱਚ ਤੂੰ ਮੌਜੂਦ ਰਹਿਣਾ ਹੈ। ਕੋਈ ਇਸ ਤਰ੍ਹਾਂ ਦਾ ਵਕਤ ਨਹੀਂ ਜਦੋਂ ਨਹੀਂ ਸੀ, ਜਾਂ ਕੋਈ ਇਸ ਤਰ੍ਹਾਂ ਦਾ ਵਕਤ ਨਹੀਂ ਆਵੇਗਾ ਜਦੋਂ ਤੂੰ ਨਹੀਂ ਹੋਵੇਂਗਾ। ਰਿੱਧ ਸਿੱਧੰ ਨਿਵਾਸੀ, ਔਰ ਤੇਰੇ ਚਰਨਾਂ ਵਿੱਚ ਸਦਾ ਹੀ ਰਿੱਧੀਆਂ ਸਿੱਧੀਆਂ ਨਿਵਾਸ ਰੱਖਦੀਆਂ ਨੇ, ਤੇਰੇ ਆਲੇ ਦੁਆਲੇ ਸਦਾ ਹੀ ਸ਼ਕਤੀਆਂ ਭਰਪੂਰ ਰਹਿੰਦੀਆਂ। ਫਿਰ ਕਲਗੀਧਰ ਪਾਤਸ਼ਾਹ ਅਗਲੇ ਬਚਨਾਂ ਵਿੱਚ ਇੱਕ ਛੰਦ ਰਚਦੇ ਨੇ, ਚਰਪਟ ਛੰਦ, 4 ਹਿੱਸਿਆਂ ਵਾਲਾ ਛੰਦ, ਜਿਹਦੇ ਵਿੱਚ 4 ਪਟ ਨੇ। ਤਉ ਪ੍ਰਸਾਦ, ਇਹ ਜਿਹੜਾ ਚਰਪਟ ਛੰਦ ਹੈ, ਇਹ ਕਹਿੰਦੇ ਮੈਂ ਤੇਰੀ ਕਿਰਪਾ ਨਾਲ ਉਚਾਰਨ ਕਰ ਰਿਹਾ। ਅੰਮ੍ਰਿਤ ਕਰਮੇ, ਅੰਮ੍ਰਿਤ ਦਾ ਮਤਲਬ ਜਿਹੜੇ ਤੇਰੇ ਕੋਲ ਪਹੁੰਚੇ ਉਹਨਾਂ ਨੂੰ ਤੂੰ ਅਮਰ ਕਰ ਦਿੱਤਾ, ਮਰਨ ਤੋਂ ਬਚਾ ਲਿਆ। ਇਸ ਲਾਲਚ ਵਿੱਚ ਬੜੇ ਧਾਰਮਿਕ ਬੰਦੇ ਭੱਜ ਕੇ ਗੁਰੂ ਕੋਲ ਆਉਂਦੇ ਨੇ ਵੀ ਚਲੋ ਉੱਥੇ ਕਹਿੰਦੇ ਨੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਬਈ ਆਹ ਜਿਹੜਾ ਸਰੀਰਕ ਜੀਵਨ ਹੈ ਸਾਡਾ 1000 ਸਾਲ ਦਾ ਹੋ ਜਾਏਗਾ। ਕੀਤਾ ਵੀ ਕਈਆਂ ਨੇ, ਯੋਗੀਆਂ ਨੇ, ਸੰਨਿਆਸੀਆਂ ਨੇ, ਬੜੇ ਬੜੇ ਯੋਗੀ ਮਿਲੇ। ਕਲਗੀਧਰ ਪਾਤਸ਼ਾਹ ਜੀ ਨੂੰ ਵੀ ਇੱਕ ਯੋਗੀ ਮਿਲਿਆ 1000 ਸਾਲ ਦਾ ਸੀ, ਦਮਦਮਾ ਸਾਹਿਬ ਦੀ ਧਰਤੀ। ਇਹ ਰਵਾਇਤਾਂ ਨੇ ਜਿਹੜੀ ਮੈਂ ਗੱਲ ਕਰ ਰਿਹਾ, ਕਿਸੇ ਗ੍ਰੰਥ ਦੀ ਉਡੀਕ ਨਾ ਕਰਨੀ ਵੀ ਕਿਤੋਂ ਪ੍ਰਮਾਣ ਦਿਆਂਗਾ। ਇਹ ਸੀਨੇ ਬਸੀਨੇ ਰਵਾਇਤਾਂ ਵਿੱਚੋਂ ਕਹਿ ਰਿਹਾ। ਕੁਝ ਚੀਜ਼ਾਂ ਪੁਸਤਕਾਂ ਵਿੱਚ ਲਿਖੀਆਂ ਹੋਈਆਂ ਨੇ, ਕੁਝ ਚੀਜ਼ਾਂ ਬ੍ਰਹਿਮੰਡ ਵਿੱਚ ਲਿਖੀਆਂ ਹੋਈਆਂ ਨੇ, ਉੱਥੋਂ ਵੀ ਉਹਨਾਂ ਨੂੰ ਪੜ੍ਹਿਆ ਜਾ ਸਕਦਾ। ਤਾਂ ਇੱਕ ਮਹਾਯੋਗੀ ਆਇਆ, ਬੜੀ ਉਮਰ ਸੀ ਲੰਬੀ, ਤੇ ਸਤਿਗੁਰਾਂ ਜੀ ਦੀ ਉਮਰ ਬਿਲਕੁਲ ਥੋੜ੍ਹੀ, 40-42 ਸਾਲ ਤੱਕ ਰਹੀ। ਤਾਂ ਹਜ਼ੂਰ ਨੇ ਕਿਹਾ ਵੀ ਇੰਨੀ ਉਮਰ? ਕਹਿਣ ਲੱਗੇ ਹਾਂ, ਉਮਰ ਹੋਰ ਵੀ ਜਿੰਨੀ ਮਰਜ਼ੀ ਕਰ ਸਕਣ। ਇਹ ਇੱਕ ਉਹਨਾਂ ਦਾ ਵਿਗਿਆਨ ਹੈ ਯੋਗ ਤੰਤਰ ਦਾ, ਕਿ ਉਹ ਆਪਣੇ ਆਪ ਨੂੰ ਮੌਤ ਵਾਲੇ ਦਿਨ ਮੌਤ ਤੋਂ ਬਚਾ ਲੈਂਦੇ ਕਿਸੇ ਤਰੀਕੇ ਨਾਲ। ਫਿਰ 100 ਸਾਲ ਮੌਤ ਹੋਰ ਨਹੀਂ ਆਉਂਦੀ। ਸਤਿਗੁਰਾਂ ਨੇ ਕਿਹਾ ਦੇ ਵਿੱਚੋਂ ਕੀ ਪਾਇਆ ਹੈ ਇੰਨਾ ਲੰਬਾ ਸਰੀਰ ਰੱਖ ਕੇ? ਕਹਿੰਦੇ 1000 ਸਾਲ ਵਿੱਚ ਉਹਨਾਂ ਨਹੀਂ ਪਾਇਆ ਜਿੰਨਾ ਅੱਜ ਤੁਹਾਡੇ ਦਰਸ਼ਨਾਂ ਵਿੱਚੋਂ ਇੱਕ ਪਲ ਵਿੱਚ ਮਿਲ ਗਿਆ। ਤਾਂ ਬੰਦੇ ਦੀ ਇੱਕ ਪਕੜ ਹੈ, ਉਹ ਦੇਹ ਨਾਲ ਬਹੁਤਾ ਸੰਬੰਧਿਤ, ਸੰਸਾਰ ਦੇ ਜੀਵਨ ਨਾਲ ਇੰਨਾ ਜੁੜਿਆ ਹੈ। ਪਰ ਜਿੱਥੇ ਸਤਿਗੁਰੂ ਕਿਹਾ ਵੀ ਅੰਮ੍ਰਿਤ ਕਰਮੇ, ਜਿਹੜੇ ਤੇਰੇ ਚਰਨਾਂ ਵਿੱਚ ਪਹੁੰਚੇ ਉਹਨਾਂ ਨੂੰ ਤੂੰ ਅਮਰ ਕਰ ਦਿੱਤਾ। ਸਰੀਰ ਕਰਕੇ ਨਹੀਂ, ਅੰਦਰਲੇ ਸਰੀਰ ਕਰਕੇ। ਉਸ ਸਰੀਰ ਨੂੰ ਪ੍ਰਗਟ ਕਰ ਦਿੱਤਾ ਜਿਹਦੀ ਮੌਤ ਨਹੀਂ। ਮੌਤ ਦਾ ਧਰਮ 5 ਤੱਤਾਂ ਤੱਕ ਹੈ। ਮੌਤ ਦਾ ਸੰਬੰਧ ਜਿਹੜਾ ਹੈ
ਪੰਜ ਤੱਤੀ ਸੰਬੰਧ ਹੈ ਸਿਰਫ, ਉਹ ਪੰਜ ਤੱਤਾਂ ਨੂੰ ਤੋੜਦੀ ਹੈ, ਉਸ ਤੋਂ ਅੱਗੇ ਨਹੀਂ ਜਾ ਸਕਦੀ, ਉਸ ਤੋਂ ਅੱਗੇ ਨਹੀਂ ਜਾਏਗੀ। ਤਾਂ ਮੌਤ ਤੋਂ ਕੌਣ ਬਚੇ? ਜਿਹੜੇ ਪੰਜ ਤੱਤਾਂ ਨੂੰ ਪਾਰ ਕਰ ਗਏ, ਅੱਗੇ ਲੰਘ ਗਏ। ਪੰਜ ਤੱਤਾਂ ਵਿੱਚ ਤੇ ਮੌਤ ਆਉਣੀ ਆਉਣੀ ਹੈ। ਸਾਡੀ ਹਾਲਤ ਇਸ ਤਰ੍ਹਾਂ ਹੈ ਵੀ ਸਰੀਰ ਦੇ ਵਿੱਚ ਸਭ ਕੁਝ ਹੋ ਜਾਏ, ਨਹੀਂ, ਕੁਝ ਹੋ ਸਕਦਾ, ਸਭ ਕੁਝ ਨਹੀਂ। ਜਿਵੇਂ ਇੱਕ ਬੰਦਾ ਰੇਗਿਸਤਾਨ ਵਿੱਚ, ਰਾਜਸਥਾਨ ਵਿੱਚ, ਕੜਕਦੀ ਧੁੱਪ ਵਿੱਚ ਰੱਬ ਅੱਗੇ ਇਬਾਦਤ ਕਰ ਰਿਹਾ ਸੀ ਕਈ ਸਾਲਾਂ ਤੋਂ, ਮਨਾਉਣਾ ਚਾਹੁੰਦਾ ਸੀ ਉਹਨੂੰ ਧੱਕੇ ਨਾਲ। ਤੇ ਮਨਾਉਣਾ ਕੀ ਚਾਹੁੰਦਾ ਸੀ? ਇਸ ਗਰਮ ਹਵਾ ਵਿੱਚ ਮੈਨੂੰ ਠੰਡ ਮਿਲਣੀ ਚਾਹੀਦੀ ਹੈ। ਉਹਨੇ ਕਿਹਾ ਵੀ ਤੂੰ ਕਿਉਂ ਮੂਰਖਤਾ ਕਰ ਰਿਹਾ? ਆਹ ਰੇਗਿਸਤਾਨ ਛੱਡ ਕੇ ਉੱਧਰ ਚਲਾ ਜਾ ਪਹਾੜਾਂ ਵਿੱਚ, ਉੱਥੇ ਠੰਡ ਹੈ। ਉਹਨੇ ਕਿਹਾ ਨਹੀਂ, ਇੱਥੇ ਮਿਲਣੀ ਚਾਹੀਦੀ ਹੈ, ਉੱਥੇ ਨਹੀਂ ਮਿਲੇਗੀ। ਜਿਹੜਾ ਪੰਜ ਤੱਤੀ ਸਿਸਟਮ ਹੈ ਸਰੀਰ ਦਾ, ਇਹਦੇ ਅੰਦਰ ਰੋਗਾਂ ਦਾ, ਦੁੱਖਾਂ ਦਾ ਤੇ ਮੌਤ ਦਾ ਬਿਲਕੁਲ ਖਾਤਮਾ ਹੋ ਜਾਣਾ ਮੁਮਕਿਨ ਨਹੀਂ। ਥੋੜ੍ਹੇ ਸਮੇਂ ਵਾਸਤੇ ਹੋ ਸਕਦੇ ਨੇ ਆਰਜੀ ਤੌਰ 'ਤੇ, ਥੋੜ੍ਹਾ ਚਿਰ ਦੁੱਖ ਦਰਦ ਹਟ ਸਕਦੇ, ਥੋੜ੍ਹੇ ਸਮੇਂ ਵਾਸਤੇ ਮੌਤ ਤੋਂ ਬੰਦਾ ਬਚ ਸਕਦਾ। ਪਰ ਇਹ ਤਾਂ ਮੌਤ ਦੀ ਜਿਹੜੀ ਪਹੁੰਚ ਹੈ, ਜਿਹੜੀ ਉਹਦੀ ਮਾਰ ਹੈ, ਉਹ ਪੰਜ ਤੱਤਾਂ ਤੱਕ ਹੈ। ਜਿਨ੍ਹਾਂ ਨੇ ਇਹਦੇ ਤੋਂ ਬਚਣਾ, ਉਹਦੇ ਤੋਂ ਪਾਰ ਚਲੇ ਗਏ। ਉਹਨਾਂ ਨੂੰ ਅਕਾਲ ਪੁਰਖ ਨੇ ਅਮਰ ਕਰ ਦਿੱਤਾ। ਕਲਗੀਧਰ ਪਾਤਸ਼ਾਹ ਕਹਿੰਦੇ ਅੰਮ੍ਰਿਤ ਕਰਮੇ, ਕਰਮੇ ਦਾ ਮਤਲਬ ਕਰ ਦਿੱਤਾ ਹੈ। ਫਿਰ ਐਸੇ ਲੋਕਾਂ ਨੂੰ ਉਹਨੇ ਇੱਕ ਧਰਮ ਬਖਸ਼ਿਆ। ਉਹ ਕਿਹੜਾ ਹੈ? ਸਤਿਗੁਰੂ ਕਹਿੰਦੇ ਅੰਮ੍ਰਿਤ ਧਰਮੇ ਐ ਬ੍ਰਿਤ, ਬਿਰਤੀ ਤੋਂ ਰਹਿਤ ਜਿਉਣ ਦੀ क्षमता, ਜਿਉਣ ਦੀ ਸ਼ਕਤੀ। ਹੁਣ ਅਸੀਂ ਬੈਠੇ ਹਾਂ, ਕਿਸੇ ਨਾ ਕਿਸੇ ਬਿਰਤੀ ਦੇ ਅੰਦਰ ਜੀ ਰਹੇ ਹਾਂ, ਕੋਈ ਸੋਚ ਚੱਲ ਰਹੀ, ਬਿਰਤੀ ਹੈ। ਜਿਹੜਾ ਤੇਰੇ ਚਰਨਾਂ ਨਾਲ ਜੁੜ ਗਿਆ, ਉਹਨੂੰ ਤੂੰ ਬਿਰਤੀ ਤੋਂ ਉੱਚਾ ਚੁੱਕ ਦਿੱਤਾ, ਵਿਚਾਰਾਂ ਤੋਂ ਉੱਚਾ ਲੈ ਗਿਆ। ਐ ਬ੍ਰਿਤ ਧਰਮੇ, ਅਸਲ ਵਿੱਚ ਧਰਮ ਹੈ ਹੀ ਉਹ ਜਿੱਥੇ ਬਿਰਤੀ ਕੋਈ ਨਾ ਬਚੇ, ਸਾਰੀਆਂ ਬਿਰਤੀਆਂ ਨਸ਼ਟ ਹੋ ਜਾਣ। ਕੋਈ ਧਾਰਨਾ ਨਹੀਂ, ਕੋਈ ਵਿਚਾਰ ਨਹੀਂ, ਕੋਈ ਸੰਕਲਪ ਵਿਕਲਪ ਨਹੀਂ। ਧਰਮ ਦੀ ਯਾਤਰਾ ਉੱਥੋਂ ਸ਼ੁਰੂ ਹੁੰਦੀ ਹੈ। ਐਵੇਂ ਨਾ ਭੁਲੇਖੇ ਵਿੱਚ ਰਹਿਣਾ ਵੀ ਕਿਤੇ ਸਾਡਾ ਗਿਆਨ, ਸਾਡੀਆਂ ਵਿਚਾਰਾਂ, ਸਾਡੀਆਂ ਧਾਰਨਾਵਾਂ, ਸਾਡੇ ਸੰਕਲਪ ਵਿਕਲਪ, ਇਹੀ ਸਾਡਾ ਧਰਮ ਹੈ। ਧਰਮ ਉੱਥੇ ਹੈ ਹੀ ਨਹੀਂ ਹੈ, ਉਹ ਤੇ ਮਾਰਗ ਹੈ ਧਰਮ ਦਾ। ਧਰਮ ਉੱਥੋਂ ਸ਼ੁਰੂ ਹੁੰਦਾ ਜਿੱਥੇ ਬੰਦਾ ਬੁੱਧੀ ਨੂੰ ਛੱਡ ਕੇ ਪਾਰ ਚਲਾ ਜਾਂਦਾ। ਐ ਬ੍ਰਿਤ ਧਰਮੇ, ਜਿੱਥੇ ਬਿਰਤੀਆਂ ਤੋਂ ਪਾਰ ਨਿਕਲ ਜਾਂਦਾ ਹੈ। ਇਹ ਸਾਰੀਆਂ ਬਿਰਤੀਆਂ ਨੇ ਸਾਡੇ ਵਿੱਚ ਜਿਹੜੀਆਂ ਚੱਲ ਰਹੀਆਂ ਨੇ, ਖਿਆਲ ਹੀ ਨੇ। ਖਿਆਲਾਂ ਵਿੱਚ ਬੰਦਾ ਇੱਕ ਦੂਜੇ ਨਾਲ ਖਹਿੰਦਾ ਰਹਿੰਦਾ ਹੈ, ਆਪਣੇ ਅੰਦਰ ਵੀ ਝਗੜਦਾ ਰਹਿੰਦਾ ਹੈ। ਪਰ ਅੰਮ੍ਰਿਤ ਧਰਮੇ, ਗੁਰੂ ਗੋਬਿੰਦ ਸਿੰਘ ਦਾ ਧਰਮ ਉਹ ਹੈ ਜਿਹੜਾ ਬਿਰਤੀਆਂ ਤੋਂ ਪਾਰ ਲੈ ਜਾਂਦਾ ਹੈ। ਅੰਮ੍ਰਿਤ ਧਰਮੇ ਅਖਲ ਜੋਗੇ, ਅਖਲ ਦਾ ਭਾਵ ਹੈ ਸਮੂਹ, ਸਾਰਿਆਂ ਦੇ ਨਾਲ। ਜੋਗੇ ਦਾ ਅਰਥ ਜੁੜਿਆ ਹੋਇਆ, ਸਾਰਿਆਂ ਦੇ ਨਾਲ ਉਹਦਾ ਸੰਬੰਧ ਹੈ। ਅਚਲ ਭੋਗੇ, ਉਹਦਾ ਭੋਗ ਅਚਲ ਹੈ, ਕਦੇ ਖਤਮ ਨਹੀਂ ਹੁੰਦਾ। ਅਚਲ ਦਾ ਮਤਲਬ ਨਾਸ ਨਹੀਂ ਹੁੰਦਾ, ਸਦੀਵੀ ਭੋਗ ਹੈ। ਜਿਵੇਂ ਭੋਜਨ ਦਾ ਇੱਕ ਭੋਗ ਹੈ 10 ਮਿੰਟ ਦਾ, ਕਿੰਨਾ ਚਿਰ ਖਾਵਾਂਗੇ? 5 ਮਿੰਟ 10 ਮਿੰਟ ਆਦਮੀ ਖਾ ਸਕਦਾ, ਇਹਦੇ ਤੋਂ ਵੱਧ ਕੀ ਭੋਗ ਕਰੇਗਾ ਉਹਦਾ, ਪ੍ਰਸ਼ਾਦੇ ਦਾ, ਭੋਜਨ ਦਾ। ਪਰ ਰੱਬ ਦਾ ਭੋਗ 5-10 ਮਿੰਟਾਂ ਦਾ ਨਹੀਂ, ਅਚਲ ਭੋਗੇ, ਕਦੇ ਖਤਮ ਨਹੀਂ ਹੁੰਦਾ। ਅਚਲ ਰਾਜੇ, ਜਿਹਦਾ ਰਾਜ ਅਚਲ ਹੈ, ਜਿਹਦੀ ਸ਼ਕਤੀ ਅਟਲ ਹੈ, ਕਦੀ ਖਤਮ ਨਹੀਂ ਹੁੰਦੀ। ਅਟਲ ਸਾਜੇ, ਜਿਹਦਾ ਸਾਜਿਆ ਸਾਜ ਸਿਸਟਮ, ਜਿਹੜਾ ਸੰਸਾਰ ਨੂੰ ਸਾਜਣ ਦਾ ਜਿਹੜਾ ਸਿਸਟਮ, ਉਹ ਵੀ ਅਟਲ ਹੈ। ਅਖਲ ਧਰਮੰ, ਕਹਿੰਦੇ ਜਿਹੜਾ ਸਾਰੇ ਧਰਮਾਂ ਨਾਲ ਪ੍ਰੇਮ ਕਰਦਾ ਹੈ। ਅਲਖ ਕਰਮੰ, ਉਹਦੇ ਕਰਮ ਜਿੰਨੇ ਨੇ ਉਹ ਸਾਰੇ ਨਾਂ ਦਿਸਣ ਵਾਲੇ ਨੇ, ਉਹਦੇ ਕਰਮ ਦਿਸ ਪੈਂਦੇ। ਜੋ ਕੁਝ ਉਹ ਕਰਦਾ ਹੈ, ਜੋ ਬਣਾਉਂਦਾ ਹੈ, ਉਹ ਤਾਂ ਪ੍ਰਗਟ ਹੋ ਜਾਂਦਾ ਹੈ, ਪਰ ਉਹਦੇ ਹੱਥ ਪ੍ਰਗਟ ਨਹੀਂ ਹੁੰਦੇ ਵੀ ਕਿੱਥੇ ਬਣਾ ਰਿਹਾ। ਕਿਤੇ ਫੈਕਟਰੀ ਨਹੀਂ ਮਿਲੇਗੀ, ਕਿਤੇ ਉਹਦਾ ਪਤਾ ਨਹੀਂ ਲੱਗੇਗਾ ਵੀ ਉਹ ਕਿੱਥੇ ਇਸ ਸੰਸਾਰ ਦੇ ਲੋਕਾਂ ਨੂੰ ਬਣਾ ਰਿਹਾ ਹੈ, ਪੈਦਾ ਕਰ ਰਿਹਾ। ਇਸ ਤਰ੍ਹਾਂ ਦੀ ਉਹਦੀ ਅਵਸਥਾ ਹੈ, ਇਸ ਤਰ੍ਹਾਂ ਦਾ ਉਹਦਾ ਸਤਿਗੁਰਾਂ ਨੇ ਬਿਆਨ ਕੀਤਾ। ਸੋ ਆਓ ਸਾਧ ਸੰਗਤ, ਇੱਥੇ ਹੁਣ ਸਮੇਂ ਦੀ ਸਮਾਪਤੀ ਹੈ।